ਹੈਲੋ ਸਤਿ ਸ਼੍ਰੀ ਅਕਾਲ ਨਮਸਕਾਰ ਆਦਾਬ ਦੋਸਤੋ। ਅੱਜ ਦਾ ਸਾਡਾ ਲਾਈਵ ਹੈ ਪਰਸੋਨਾ ਤੋਂ ਕੈਨੇਡਾ ਦੇ ਸਟੱਡੀ ਵੀਜ਼ਾ ਦੇ ਉੱਤੇ। ਕੈਨੇਡਾ ਜੋ ਕਿ ਹਮੇਸ਼ਾ ਹੀ ਸੁਰਖੀਆਂ 'ਚ ਬਣਿਆ ਰਹਿੰਦਾ, ਪੰਜਾਬ ਤੇ ਨਾਰਥ ਦੀ ਪਹਿਲੀ ਪਸੰਦ ਪੰਜਾਬੀਆਂ ਲਈ, ਤੇ ਕੈਨੇਡਾ ਆਈ ਥਿੰਕ ਇਸ ਤੋਂ ਵਧੀਆ ਉਹਨਾਂ ਦੇ ਲਈ ਕੋਈ ਹੋਰ ਦੁਨੀਆ ਵਿੱਚ ਕੋਈ ਜਗ੍ਹਾ ਨਹੀਂ ਬਣੀ ਸ਼ਾਇਦ। ਸੋ ਦੋਸਤੋ, ਅੱਜ ਦੇ ਟੌਪਿਕ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਡੇ ਨਾਲ ਗੱਲ ਕਰਦੇ ਹੋਏ मैं कहना चाहांगा कि कोविड की सिचुएशन काफ़ी सीरीयस हो रही है डे बाय डे, तो मैनू उम्मीद है कि तुसी सारे अपना ठीक तरह ख्याल रखते होवोगे। पर इस समय दे विच जो मर्जी हालात होण, दुनिया रुकदी नहीं, काम कार चलते ने, तो ये एक चंगी गल है। वैक्सीनेशन शुरू हो चुकी है, तो मैं ये समझदा कि जिहड़े भी दोस्त मित्र ठीक वीर भैन भरा ਜਿਹੜੇ ਵੈਕਸੀਨੇਸ਼ਨ ਲਗਵਾ ਸਕਦੇ ਨੇ ਜਾਂ ਉਸ ਕੈਟਾਗਰੀ ਦੇ ਵਿੱਚ ਨੇ, ਉਹ ਜ਼ਰੂਰ ਆਪਣੇ ਆਪ ਨੂੰ ਵੈਕਸੀਨੇਸ਼ਨ ਕਰਾਉਣ ਤਾਂ ਕਿ ਆਪ ਦਾ ਬਚਾਅ ਵੀ ਹੋ ਸਕੇ ਤੇ ਆਪਣੇ ਨਾਲ ਦੂਸਰਿਆਂ ਦਾ ਬਚਾਅ ਵੀ ਅਸੀਂ ਕਰ ਸਕੀਏ। ਵਾਪਸ ਆਉਂਦੇ ਹਾਂ, ਕੈਨੇਡਾ ਦੇ ਸਟੱਡੀ ਵੀਜ਼ੇ ਦੀ ਗੱਲ ਕਰਦੇ ਹਾਂ। ਅੱਜ ਦਾ ਜਿਹੜਾ ਖਾਸ ਟੌਪਿਕ ਹੈਗਾ ਉਹ ਹੈਗਾ ਆਪਣੇ ਕਿਊਬੈਕ ਤੇ ਮੌਂਟਰੀਅਲ ਤੇ। ਇਜ਼ ਮੌਂਟਰੀਅਲ ਬੈਕ ਟੂ ਨੋਰਮਲ ਤੇ ਪਲੈਨਿੰਗ फॉर सितंबर टू स्टडी वीज़ा इनटेक। कैनेडा दे अपने सितंबर दे इनटेक की गल करांगे तो मॉन्ट्रियल दे विच की हालात ने, की सिचुएशन है, वीज़े हो रहे हैं कि नहीं हो रहे, ठीक ऑफर लैटर की पोजीशन है, जिहड़े कॉलेज स्टक हुए सी, जिन्हां ते थोड़ी जी रिस्ट्रिक्शन लगी सी, टैंपररी सस्पेंशन लगी सी, पर वो बाद चों कोर्ट ने लिफ्ट कर दी सी। ਉਹਨਾਂ ਦੀ ਕੀ ਸਿਚੁਏਸ਼ਨ ਹੈ, ਅੱਜ ਉਹਦੇ ਬਾਰੇ ਗੱਲ ਕਰਾਂਗੇ। ਤੇ ਇਹਦੇ ਨਾਲ ਅੱਜ ਦੀ ਸਿਚੁਏਸ਼ਨ ਕੈਨੇਡਾ ਦੇ ਕੀ ਅਪਡੇਟਸ ਨੇ, ਵੀਜ਼ੇ ਦੀ ਕੀ ਸਕਸੈਸ ਚੱਲਦੀ ਪਈ ਹੈ, ਕੀ ਹੋਰ ਨਵੇਂ ਰੂਲਸ ਜਾਂ ਹੋਰ ਕੀ ਖਬਰਾਂ, ਉਹਦੇ ਬਾਰੇ ਗੱਲ ਕਰਾਂਗੇ। ਸੋ ਸਭ ਤੋਂ ਪਹਿਲਾਂ ਤੇ ਤੁਹਾਡੇ ਨਾਲ ਗੱਲ ਕਰਦੇ ਹਾਂ ਕਿ ਪੈਂਡੈਮਿਕ ਸਿਚੁਏਸ਼ਨ ਹੋਣ ਦੇ ਬਾਵਜੂਦ ਵੀ ਅੱਜ ਵੀ ਕੈਨੇਡਾ ਦੇ ਵਿੱਚ स्टूडेंट्स दे जान की कोई भी दिक्कत नहीं है। सो स्टूडेंट्स अज भी कैनेडा जा रहे हैं, जिन्हां दे वीज़े लग चुके ने वो बिना किसी मुश्किल तो कैनेडा दे विच फ्लाई कर रहे हैं। सो कोई इहो जी दिक्कत नहीं है। कुछ बच्चे अज भी ऑनलाइन क्लासेस लगा रहे हैं। सो ऑनलाइन क्लासेस मैं कहांगा भी जे तुहानूं बहुत ज़्यादा ठीक है जरूरी ना होवे ਤੇ ਤੁਸੀਂ ਆਨਲਾਈਨ ਕਲਾਸਿਸ ਜਿਹੜੀਆਂ ਹੈਗੀਆਂ ਉਹ ਇੱਥੋਂ ਵੀ ਲਗਾ ਸਕਦੇ ਹੈਗੇ ਹੋ, ਠੀਕ ਹੈ। ਥੋੜਾ ਜਿਹਾ ਬੱਚਿਆਂ ਨੂੰ ਰਹਿੰਦਾ ਹੈ ਕਿ ਜੇਕਰ ਕੈਨੇਡਾ ਦਾ ਅਸੀਂ ਵੀਜ਼ਾ ਲਿਆ ਤੇ ਅਸੀਂ ਇੱਥੇ ਕਿਉਂ ਪੜ੍ਹੀਏ। ਕਿਤੇ ਨਾ ਕਿਤੇ ਗੱਲ ਸਮਝ ਆਉਂਦੀ ਵੀ ਹੈ ਕਿ ਇੰਨੇ ਪੈਸੇ ਖਰਚ ਕੇ ਕੈਨੇਡਾ ਦੇ ਵਿੱਚ ਜਾ ਕੇ ਸਟੱਡੀ ਕਰਨੀ ਹੈ ਤੇ ਉਸ ਤੋਂ ਬਾਅਦ ਅਗਰ ਇੱਥੇ ਆਨਲਾਈਨ ਕਲਾਸਾਂ ਲਾਉਣੀਆਂ ਤੇ ਇੰਨੇ ਪੈਸੇ ਖਰਚਣ ਦਾ ਕੀ ਫਾਇਦਾ। ਇਹ ਸਾਰੇ ਸਵਾਲ ਹੁੰਦੇ ਨੇ, ਠੀਕ ਹੈ, ਦੋਸਤਾਂ ਦੇ ਵਿੱਚ, ਈਵਨ ਸਾਡੇ ਰਿਲੇਟਿਵਸ ਜਾਂ ਬਹੁਤ ਸਾਰੇ ਸਾਡੇ ਕਲਾਇੰਟਸ, ਠੀਕ, ਜਿਨ੍ਹਾਂ ਅਸੀਂ ਬੱਚੇ ਬਾਹਰ ਭੇਜਦੇ ਹਾਂ, ਉਹ ਅੱਜ ਵੀ ਫਿਕਰਮੰਦ ਹੁੰਦੇ ਨੇ, ਠੀਕ ਹੈ, ਜਦੋਂ ਉਹਨਾਂ ਨੇ ਕਿਸੇ ਸਟੂਡੈਂਟ ਦਾ ਦਾਖਲਾ ਕਰਾਉਣਾ ਹੁੰਦਾ ਕਿ ਕੀ ਸਾਡੇ ਬੱਚੇ ਦਾ ਜੇ ਵੀਜ਼ਾ ਲੱਗ ਜਾਂਦਾ ਤੇ ਉਹ ਕੈਨੇਡਾ ਚਲੇ ਜਾਏਗਾ। ਅੱਜ ਵੀ ਲੋਕਾਂ ਨੂੰ ਕਲੀਅਰ ਨਹੀਂ ਹੈਗਾ ਕਿ ਕੈਨੇਡਾ ਦੇ ਵਿੱਚ ਕੋਈ ਪ੍ਰੋਬਲਮ ਨਹੀਂ ਹੈ, ਜੇ ਬੱਚੇ ਦਾ ਵੀਜ਼ਾ ਲੱਗ ਜਾਂਦਾ ਹੈ ਤੇ ਕਿਸੇ ਤਰ੍ਹਾਂ ਦੀ ਵੀ ਕੋਈ ਵੀ ਦਿੱਕਤ ਨਹੀਂ ਹੈ। ਸੋ ਗੱਲ ਕਰਦੇ ਹਾਂ ਵਾਪਸ ਕਿਊਬਿਕ ਦੀ, ਮੌਂਟਰੀਅਲ ਦੀ, ਜਿੱਥੇ ਕਿ ਇੱਕ ਬਹੁਤ ਵੱਡਾ ਸੈਗਮੈਂਟ, ਇੱਕ ਬਹੁਤ ਵੱਡਾ ਸਟੂਡੈਂਟਸ ਦੀ ਜਿਹੜੀ ਰੇਸ਼ੋ ਹੈ ਉੱਥੇ ਗਈ ਹੈ। ਉਹਦਾ ਇੱਕ ਬਹੁਤ ਵੱਡਾ ਕਾਰਨ ਹੈ। ਉਹਦਾ ਕਾਰਨ ਇਹ ਹੈ ਕਿ ਇੱਕ ਦੇ ਵਿੱਚ 5.5 ਬੈਂਡ ਮੋਡਿਊਲ ਦੇ ਨਾਲ ਜਿਹੜੀ ਸਕਸੈਸ ਕਿਊਬੈਕ ਦੇ ਵਿੱਚ ਮੌਂਟਰੀਅਲ ਦੇ ਕਾਲਜਸ ਦੇ ਵਿੱਚ ਸਟੂਡੈਂਟਸ ਨੂੰ ਮਿਲੀ ਹੈ, ਯਾਨੀ ਕਿ ਜਿੰਨੇ ਵੀਜ਼ੇ ਗ੍ਰਾਂਟ ਹੋਏ ਹੈ ਉਹਨੇ ਸ਼ਾਇਦ ਓਨਟਾਰੀਓ ਦੀ ਗੱਲ ਕਰਦੇ ਜਾਂ ਬ੍ਰਿਟਿਸ਼ ਕੋਲੰਬੀਆ ਦੀ ਗੱਲ ਕਰਦੇ ਜਾਂ ਸਸਕੈਚੁਅਨ ਦੀ ਗੱਲ ਕਰਦੇ ਜਾਂ ਐਲਬਰਟਾ ਦੀ ਗੱਲ ਕਰਦੇ, ਨਾ ਉਨੀਆਂ ਆਪਸ਼ਨਸ ਅਵੇਲੇਬਲ ਸੀ ਇੱਕ 5.5 ਬੈਂਡ ਨਾਲ, ਨਾ ਹੀ ਉਹਨੇ ਵੀਜ਼ੇ ਗ੍ਰਾਂਟ ਹੋਣੇ ਸੀ। ਸੋ ਮੌਂਟਰੀਅਲ ਦੇ ਵਿੱਚ ਇੱਕ ਦੇ ਵਿੱਚ 5.5 ਬੈਂਡ ਦੇ ਨਾਲ ਜਿਹੜੀ ਅਸੈਪਟੈਂਸ ਹੈ ਉਹ ਅੱਜ ਵੀ ਉੱਦਾਂ ਹੀ ਹੈ ਜਿੱਦਾਂ ਪਹਿਲਾਂ ਸੀ, ਕੋਈ ਉਹਦੇ 'ਚ ਕੋਈ ਫਰਕ ਨਹੀਂ ਆਇਆ। ਹਾਂ, ਜਦੋਂ ਸਸਪੈਂਸ਼ਨ ਹੋਈ ਸੀਗੀ 10 ਕਾਲਜਸ ਦੇ ਲਗਭਗ
ਉਦੋਂ ਇੱਕ ਵਾਰੀ ਮਾਰਕੀਟ ਦੇ ਵਿੱਚ ਕਾਫੀ ਉਸ ਚੀਜ਼ ਨੂੰ ਲੈ ਕੇ ਨੈਗੇਟਿਵ ਹੋ ਗਏ ਸੀ। ਪਰ ਅਸੀਂ ਉਦੋਂ ਵੀ, ਤੁਸੀਂ ਅਗਰ ਸਾਡੇ ਤੁਸੀਂ ਪੁਰਾਣੇ ਆਪਣੇ ਲਾਈਵ ਸੁਣੋਗੇ, ਅਸੀਂ ਉਦੋਂ ਵੀ ਤੁਹਾਨੂੰ ਦੱਸਿਆ ਸੀ ਵੀ ਇਹ ਸਸਪੈਂਸ਼ਨ ਹੈ। ਬਹੁਤ ਸਾਰੇ ਆਪਣੇ ਕੰਸਲਟੈਂਟਸ ਫਰੈਂਡਸ ਨੇ ਉਸ ਚੀਜ਼ ਨੂੰ ਲੈ ਲਿਆ ਜੀ ਵੀ ਕਾਲਜ ਬੰਦ ਹੋ ਗਏ। ਦੋਸਤੋ, ਕੈਨੇਡਾ ਦੇ ਵਿੱਚ ਤੁਸੀਂ ਸੁਣਿਆ ਨਹੀਂ ਹੋਵੇਗਾ ਵੀ ਕਾਲਜ ਕੋਈ ਬੰਦ ਹੋ ਗਿਆ। ਸੋ ਉਹ ਇੱਕ ਨੈਗੇਟਿਵਿਟੀ ਜਦੋਂ ਕ੍ਰੀਏਟ ਹੁੰਦੀ ਹੈ, ਬੱਚੇ ਸੁਣਦੇ ਨੇ, ਉਸ ਗੱਲ ਨੂੰ ਮਾਂ ਪਿਓ ਦੇ ਨਾਲ ਡਿਸਕਸ ਹੁੰਦਾ, ਇੱਕ ਦੂਸਰੇ ਨਾਲ ਗੱਲ ਕਰ ਦਿੱਤੀ ਜਾਂਦੀ ਜੀ। ਉਹ ਮੈਂ ਸੁਣਿਆ ਅੱਜ ਲਾਈਵ ਦੇ ਵਿੱਚ ਵੀ ਕੈਨੇਡਾ ਦੇ ਵਿੱਚ ਆਪਣੇ ਮੌਂਟਰੀਅਲ ਬੰਦ ਹੋ ਗਿਆ ਜੀ, ਉੱਥੇ ਕਾਲਜ ਬੰਦ ਹੋ ਗਏ। ਸੋ ਕਰਦੇ ਕਰਦੇ ਗੱਲ ਅੱਗੇ ਜਾਈ ਜਾਂਦੀ ਹੈ, ਪਰ ਸੱਚਾਈ ਤੇ ਹਕੀਕਤ ਉਹ ਨਾ ਕੋਈ ਕੋਸ਼ਿਸ਼ ਕਰਦਾ ਗੂਗਲ ਤੇ ਜਾਣ ਦੀ, ਨਾ ਕਾਲਜਸ ਨਾਲ ਗੱਲ ਕਰਨ ਦੀ, ਨਾ ਪੜ੍ਹਨ ਦੀ, ਨਾ ਸਮਝਣ ਦੀ। ਉਹ ਕਿਤੇ ਨਾ ਕਿਤੇ ਉਹ ਚੀਜ਼ ਨਾਲ ਦੀ ਨਾਲ ਕੈਰੀ ਹੁੰਦੀ ਇੱਕ ਮਾਰਕੀਟ ਦੇ ਵਿੱਚ ਇੱਕ ਨੈਗੇਟਿਵ ਇਫੈਕਟ ਬਣ ਜਾਂਦਾ ਹੈ ਤੇ ਹਰ ਬੰਦਾ ਕਹਿੰਦਾ ਜੀ ਮੈਂ ਮੌਂਟਰੀਅਲ ਨਹੀਂ ਜਾਣਾ। ਦੋਸਤੋ, ਸਾਡੇ ਕੋਲ ਕੋਈ ਵੀ ਸਟੂਡੈਂਟ ਆਉਂਦਾ, ਮੈਂ ਹਮੇਸ਼ਾ ਕਹਿੰਦਾ ਕਿ ਬਈ ਤੁਹਾਡੀ ਪਹਿਲੀ ਪਸੰਦ ਦੱਸੋ ਕੀ ਹੈ। ਜੇਕਰ ਬੱਚੇ ਦੇ ਕੋਲ 6-6.5 ਬੈਂਡਸ ਹੈਗੇ ਨੇ ਤੇ ਆਪਣੇ ਕਿਸੇ ਇੱਕ ਮੋਡਿਊਲ ਦੇ ਵਿੱਚ ਵੀ, ਠੀਕ ਹੈ, no less than 6 ਹੈਗੇ ਨੇ, ਬੱਚੇ ਦੀ ਪਰਸੈਂਟੇਜ ਚੰਗੀ ਹੈਗੀ ਹੈ, ਬੱਚੇ ਦਾ ਕੋਈ ਬਹੁਤ ਜ਼ਿਆਦਾ ਗੈਪ ਨਹੀਂ ਹੈਗਾ, ਕੋਈ ਬੈਕਲੌਗਸ ਦਾ ਚੱਕਰ ਨਹੀਂ ਹੈ, ਜੇ ਬੱਚਾ ਗ੍ਰੈਜੂਏਟ ਹੈ ਤੇ ਅਸੀਂ ਉਹਨੂੰ ਕਹੀਦਾ ਵੀ ਤੁਸੀਂ ਜਿਹੜੇ ਕਾਲਜ ਵਿੱਚ ਜਾਣਾ ਚਾਹੋ ਉੱਥੇ ਜਾ ਸਕਦੇ ਹੋ, ਜਿਹੜੀ ਯੂਨੀਵਰਸਿਟੀ ਵਿੱਚ ਜਾਣਾ ਚਾਹੋ ਉੱਥੇ ਵੀ ਜਾ ਸਕਦੇ ਹੋ, ਤੇ ਬਸ਼ਰਤੇ ਕਿ ਉਹ ਕੋਰਸ ਅਵੇਲੇਬਲ ਹੈ, ਉਹ ਕੋਰਸ ਸ਼ੁਰੂ ਹੋ ਰਿਹਾ ਉਸ ਇਨਟੇਕ ਦੇ ਵਿੱਚ, ਜਾਂ ਉਸ ਕੋਰਸ ਦੇ ਵਿੱਚ ਸੀਟਾਂ ਖਾਲੀ ਨੇ, ਕਿਤੇ ਕੋਰਸ ਕਲੋਜ਼ ਤੇ ਨਹੀਂ, ਕਿਤੇ ਉਹ ਵਾਲਾ ਕਾਲਜ ਕਿਤੇ ਐਡਮਿਸ਼ਨ ਲਈ ਕਲੋਜ਼ ਤੇ ਨਹੀਂ ਹੋ ਗਿਆ। ਸੋ ਜਿਹੜਾ ਮੌਂਟਰੀਅਲ ਦੇ ਵਿੱਚ ਇੱਕ ਬਹੁਤ ਵੈਰਾਈਟੀ ਆਫ ਕੋਰਸਸ ਹੈ, ਤੇ ਮੌਂਟਰੀਅਲ ਦੇ ਵਿੱਚ ਕਿਊਬੈਕ ਦੇ ਵਿੱਚ ਕਿਤੇ ਨਾ ਕਿਤੇ, ਠੀਕ, ਇਮੀਗ੍ਰੇਸ਼ਨ ਦਾ ਥੋੜਾ ਜਿਹਾ ਇੱਕ ਵੱਖਰਾ ਸਿਸਟਮ ਹੈ। ਹੋਰ ਕਿਸੇ ਵੀ ਪ੍ਰੋਵਿੰਸ ਦੇ ਵਿੱਚ ਤੁਹਾਨੂੰ CAQ ਲੈਟਰ ਜਿਹੜੀ ਹੈ ਲੈਣ ਦੀ ਲੋੜ ਨਹੀਂ ਪੈਂਦੀ। ਸਿਰਫ ਇਹ ਕਿਊਬੈਕ ਹੈ ਜਿੱਥੇ ਕਿ ਤੁਹਾਨੂੰ CAQ ਲੈਟਰ ਲੈਣ ਦੀ ਲੋੜ ਪੈਂਦੀ ਹੈ, ਤੇ ਉਹ ਲੈਟਰ ਦੀ ਇੱਕ ਵੈਲਿਊ ਹੈ, ਜਿਸ ਵੈਲਿਊ ਦੇ ਕਾਰਨ ਇੱਕ ਦੇ ਵਿੱਚੋਂ 5.5 ਬੈਂਡ ਦੇ ਵਿੱਚ ਬਹੁਤ ਸਾਰੇ ਬੱਚਿਆਂ ਨੂੰ ਵੀਜ਼ਾ ਮਿਲਿਆ ਵੀ ਹੈ, ਅੱਜ ਵੀ ਮਿਲ ਰਿਹਾ ਹੈ, ਤੇ ਬੱਚੇ ਕਾਮਯਾਬ ਹੋ ਰਹੇ ਨੇ ਕੈਨੇਡਾ ਦੇ ਵਿੱਚ। ਸੋ ਦੋਸਤੋ, ਠੀਕ ਹੈ, ਮੌਂਟਰੀਅਲ ਦੀ ਗੱਲ ਕਰਦੇ ਪਏ ਸੀ ਅਸੀਂ। ਸੋ ਇਸ ਟਾਈਮ ਦੇ ਵਿੱਚ ਜਿਹੜਾ ਮੌਂਟਰੀਅਲ ਦੇ 10 ਕਾਲਜਸ ਜਿਨ੍ਹਾਂ ਦੀ ਸਸਪੈਂਸ਼ਨ ਹੋਈ ਸੀ, ਉਹਨਾਂ ਨੂੰ ਪਹਿਲਾਂ ਤੇ ਉਹਨਾਂ ਦੇ CAQ ਤੇ ਰੋਕ ਲਾ ਦਿੱਤੀ ਗਈ ਸੀ ਬਿਲਕੁਲ, ਕਿ ਤੁਹਾਡੇ ਜਿਹੜੇ ਇਹ 10 ਕਾਲਜਸ ਨੂੰ ਉਹਨਾਂ ਨੇ ਵੈਬਸਾਈਟ ਤੇ ਪਾ ਦਿੱਤਾ ਵੀ ਇਹਨਾਂ ਦੇ ਜਿਹੜੇ CAQ ਨੂੰ ਟੈਂਪਰੇਰੀ ਸਸਪੈਂਸ਼ਨ, ਟੈਂਪਰੇਰੀ ਵਰਡ, ਇਹ ਬਹੁਤ ਲੋਕਾਂ ਨੇ ਜਿਹੜਾ ਟੈਂਪਰੇਰੀ ਵਰਡ ਇਹਨੂੰ ਕੱਢ ਦਿੱਤਾ ਸੀ ਵਿੱਚੋਂ, ਠੀਕ ਹੈ, ਸਸਪੈਂਸ਼ਨ ਕਰ ਦਿੱਤੀ ਜਾਂ ਇਹ ਕਰ ਦਿੱਤਾ ਕਿ ਕਾਲਜ ਬੰਦ ਹੋ ਗਿਆ। ਸੋ ਟੈਂਪਰੇਰੀ ਸਸਪੈਂਸ਼ਨ ਦਾ ਮਤਲਬ ਵੀ ਜਿੰਨੀ ਦੇਰ ਉਹਦੇ ਆਡਿਟਸ ਹੋਣੇ ਨੇ, ਕਾਲਜ ਦੇ ਕੋਈ ਚੈੱਕਸ ਕਰਨੇ ਨੇ ਇਮੀਗ੍ਰੇਸ਼ਨ ਬੱਚਿਆਂ ਨੂੰ ਬਿਹਤਰ ਪੜ੍ਹਾਈ ਕਰਾਉਣ ਦੇ ਲਈ, ਜਦੋਂ ਤੱਕ ਉਹ ਕੰਪਲੀਟ ਨਹੀਂ ਹੁੰਦਾ ਉਹ ਹੋਰ ਨਵੇਂ ਬੱਚਿਆਂ ਨੂੰ CAQ ਲੈਟਰ ਨਹੀਂ ਦੇ ਸਕਦੇ ਸੀ। ਪਰ ਜਿਹੜੇ ਉੱਥੇ ਕੇਸ ਚੱਲਦੇ ਪਏ ਸੀ ਉਹਨਾਂ 'ਚ ਬਹੁਤ ਸਾਰੇ ਬੱਚਿਆਂ ਦੇ ਵੀਜ਼ੇ ਆ ਵੀ ਗਏ, ਬੱਚੇ ਚਲੇ ਵੀ ਗਏ। ਹਾਂ, ਕੁਛ ਇੱਕ ਬੱਚਿਆਂ ਦੇ ਨਾ ਵੀਜ਼ੇ ਸਟਕ ਵੀ ਨੇ। ਮੈਂ ਇਹ ਇੱਥੇ ਤੁਹਾਨੂੰ ਬਿਲਕੁਲ ਨਹੀਂ ਕਹਾਂਗਾ ਕਿ 100% ਵੀਜ਼ੇ ਸਾਰੇ ਬੱਚਿਆਂ ਦੇ ਗ੍ਰਾਂਟ ਹੋ ਗਏ। ਜੇ ਆਪਾਂ 100% ਗੱਲ ਕਰਦੇ ਹਾਂ ਤੇ ਮੇਰੇ ਖਿਆਲ ਨਾਲ ਚਾਹੇ ਉਹ ਓਨਟਾਰੀਓ ਹੋਵੇ ਜਾਂ ਬ੍ਰਿਟਿਸ਼ ਕੋਲੰਬੀਆ ਹੋਵੇ ਜਾਂ ਅਲਬਰਟਾ ਹੋਵੇ, ਅੱਜ ਵੀ ਬਹੁਤ ਸਾਰੇ ਸਟੂਡੈਂਟਸ ਦਾ ਇੱਕ ਸੈਗਮੈਂਟ ਹੈ ਜਿਨ੍ਹਾਂ ਦੇ ਕੇਸਸ ਪੁਰਾਣੇ ਸਟਕ ਹੋਏ ਨੇ ਤੇ ਨਵੇਂ ਕੇਸਸ ਨੂੰ ਇਮੀਗ੍ਰੇਸ਼ਨ ਜਿਹੜੇ ਵੀਜ਼ੇ ਗ੍ਰਾਂਟ ਕਰਦਾ ਪਿਆ। ਸੋ ਦੋਸਤੋ ਜਦੋਂ ਆਪਾਂ ਇੱਕ ਸਕਸੈਸ ਦੀ ਗੱਲ ਕਰਦੇ ਹਾਂ ਤੇ ਜਦੋਂ 50% ਤੋਂ ਜ਼ਿਆਦਾ ਸਕਸੈਸ ਹੋ ਜਾਂਦੀ ਹੈ, 60% ਜਾਂ 70%, ਮਤਲਬ ਆਪਾਂ ਮੰਨ ਕੇ ਚੱਲਦੇ ਹਾਂ ਕਿ 100 ਚੋਂ 65% ਜਾਂ 70% ਬੱਚਿਆਂ ਦੇ ਵੀਜ਼ੇ ਗ੍ਰਾਂਟ ਹੋ ਗਏ ਜਾਂ 70% ਬੱਚਿਆਂ ਦੀਆਂ ਫਾਈਲਾਂ ਪ੍ਰੋਸੈਸ ਹੋ ਗਈਆਂ। ਇਮੀਗ੍ਰੇਸ਼ਨ ਦੇ ਵਿੱਚ ਵੀ ਸਾਡੇ ਤੁਹਾਡੇ ਵਰਗੇ ਬੰਦੇ ਬੈਠੇ ਨੇ ਤੇ ਕੋਵਿਡ ਦੇ ਵਿੱਚ ਸਿਚੁਏਸ਼ਨ ਦੇ ਵਿੱਚ ਬਹੁਤ ਸਾਰੇ ਉੱਥੇ ਦੇ ਵੀਜ਼ਾ ਆਫਿਸਰਸ ਨੂੰ ਵਰਕ ਫਰੋਮ ਹੋਮ, ਕਿਉਂਕਿ ਉੱਥੇ ਜਿਹੜੀ ਕੋਵਿਡ ਦੀ ਸਿਚੁਏਸ਼ਨ ਸੀਗੀ ਸਾਡੇ ਇੱਥੇ ਨਾਲੋਂ ਜ਼ਿਆਦਾ ਸੈਂਸਿਟਿਵ ਸੀ, ਕਿਉਂਕਿ ਲੋਕਾਂ ਦੀ ਡੈਥ ਰੇਸ਼ੋ ਜ਼ਿਆਦਾ ਸੀ।
ਸੋ ਉਹਦੇ ਕਾਰਨ ਲੋਕ ਪੈਨਿਕ ਹੋ ਜਾਂਦੇ ਸੀਗੇ ਤੇ ਲੋਕ ਘਰਾਂ 'ਚੋਂ ਹੀ ਕੰਮ ਕਰਦੇ ਸੀ। ਬਹੁਤ ਸਾਰੇ ਲੋਕਾਂ ਨੇ ਤੇ ਰਿਜ਼ਾਈਨ ਕਰ ਦਿੱਤਾ, ਠੀਕ ਇਮੀਗ੍ਰੇਸ਼ਨ ਆਫੀਸ਼ੀਅਲਸ ਨੇ, ਕਿਉਂਕਿ ਉਹਨਾਂ ਨੂੰ ਲੱਗਾ ਵੀ ਉਹ ਕਿਤੇ ਨਾ ਕਿਤੇ ਰਿਸਕ ਤੇ ਨੇ। ਦੂਸਰੀ ਗੱਲ ਇਹ ਹੈ ਕਿ ਗਵਰਨਮੈਂਟ ਜਿਹੜੀ ਹੈ ਉੱਥੇ ਆਫੀਸ਼ੀਅਲ ਨੂੰ ਪੈਸੇ ਦਿੰਦੀ ਹੈ, ਚਾਹੇ ਉਹ ਕੰਮ ਕਰਨ ਜਾਂ ਨਾ ਕਰਨ। ਸੋ ਕਿਤੇ ਨਾ ਕਿਤੇ ਉਹ ਚੀਜ਼ਾਂ ਸਾਰੀਆਂ ਸਲੋ ਹੋਈਆਂ। ਕੋਵਿਡ ਦੇ ਨਾਲ ਸਾਰੀ ਦੁਨੀਆ 'ਚ ਹੀ ਇਫੈਕਟ ਪਿਆ। ਹੁਣ ਉਸ ਇਫੈਕਟ ਦਾ ਜੋ ਇੱਕ ਚੀਜ਼ ਨਜ਼ਰ ਆਈ ਉਹ ਸਟੱਡੀ ਵੀਜ਼ੇ ਤੇ ਵੀ ਆਈ। ਸਟੱਡੀ ਵੀਜ਼ੇ ਦੇ ਵਿੱਚ ਅੱਜ ਵੀ ਕੁਝ ਬੱਚਿਆਂ ਦੇ ਕੇਸਿਸ ਸਟਕ ਨੇ, ਪਰ ਬਹੁਤ ਸਾਰੇ ਬੱਚਿਆਂ ਦੇ ਵੀਜ਼ੇ ਲੱਗ ਵੀ ਰਹੇ ਨੇ। ਤੁਸੀਂ ਰੋਜ਼ ਲਾਈਵ ਦੇਖਦੇ ਹੋ ਲੋਕਾਂ ਦੇ। ਸੋ ਇੱਕ ਅਗਰ ਪੋਜ਼ਿਟਿਵਿਟੀ ਦੀ ਗੱਲ ਕਰੀਏ ਤੇ ਅਸੀਂ ਉਹ 7 ਬੱਚਿਆਂ ਨੂੰ ਅਸੀਂ ਇਹ ਮੰਨ ਕੇ ਚੱਲਣਾ ਵੀ ਇਹਦੇ ਵੀਜ਼ੇ ਗ੍ਰਾਂਟ ਹੋ ਗਏ। ਹਾਂ, 3 ਬੱਚਿਆਂ ਨੂੰ ਅਸੀਂ ਇਗਨੋਰ ਨਹੀਂ ਕਰ ਸਕਦੇ, ਉਹਨਾਂ ਦੇ ਵੀ ਪ੍ਰੋਸੈਸ ਚੱਲਦੇ ਪਏ ਨੇ। ਕਿਤੇ ਨਾ ਕਿਤੇ ਉਹਨਾਂ ਦੇ ਕੰਸਲਟੈਂਟਸ ਵੀ ਕੋਸ਼ਿਸ਼ਾਂ ਕਰ ਰਹੇ ਨੇ ਵੀ ਉਹਨਾਂ ਦੀਆਂ ਫਾਈਲਾਂ ਜਲਦੀ ਪ੍ਰੋਸੈਸ ਹੋ ਜਾਣ। ਸੌਰੀ। ਸੋ ਦੋਸਤੋ, ਸੋ ਮੌਂਟਰੀਅਲ ਦੇ ਵਿੱਚ ਅੱਜ ਦੀ ਡੇਟ ਦੇ ਵਿੱਚ ਪਰਸੋਨਾ ਕੰਸਲਟੈਂਟਸ ਉਹ 10 ਕਾਲਜਾਂ ਨੂੰ ਛੱਡ ਕੇ ਹੋਰ ਵੀ ਬਹੁਤ ਸਾਰੇ ਕਾਲਜਸ ਨੂੰ ਬਹੁਤ ਵਧੀਆ ਤਰੀਕੇ ਦੇ ਨਾਲ ਪ੍ਰਮੋਟ ਕਰ ਰਿਹਾ ਹੈ, ਜਿਨ੍ਹਾਂ ਦੇ ਵਿੱਚ ਇਹੋ ਜਿਹੇ ਕੋਰਸਸ ਨੇ ਜਿਹੜੇ ਕਿ ਜੌਬ ਓਰੀਐਂਟਡ ਨੇ। ਜਦੋਂ ਕਿ ਬੱਚਾ ਉੱਥੋਂ ਕੋਰਸ ਕਰਕੇ ਨਿਕਲੇਗਾ, ਡਿਪਲੋਮਾ ਵਰਕ ਪਰਮਿਟ ਤੇ ਮਿਲਣਾ ਹੀ ਹੈ। ਪੋਸਟ ਗ੍ਰੈਜੂਏਟ ਵਰਕ ਪਰਮਿਟ ਦੀ ਉਹਦੇ ਵਿੱਚ ਕੋਈ ਪ੍ਰੋਬਲਮ ਨਹੀਂ ਹੈਗੀ। ਉਹਦੇ ਨਾਲ ਬੱਚੇ ਨੂੰ ਜੌਬ ਓਰੀਐਂਟਡ ਕੋਰਸਸ ਦਾ, ਜਿੱਦਾਂ ਕਿ ਅਕਾਊਂਟਿੰਗ ਟੈਕਨੀਕਸ ਕੋਰਸ ਹੈਗਾ, ਅਕਾਊਂਟਿੰਗ ਟੈਕਨੀਕਸ ਦੇ ਵਿੱਚ ਉੱਥੇ ਦੇ ਅਕਾਊਂਟਿੰਗ ਸਿਸਟਮ ਦੀ ਬੱਚੇ ਨੂੰ 2 ਸਾਲ ਦੀ ਪੜ੍ਹਾਈ ਕਰ ਦਿੱਤੀ ਜਾਂਦੀ। ਬੱਚਾ ਕਿਸੇ ਵੀ ਆਪਣੇ ਸੀਏ ਦੀ ਫਰਮ ਦੇ ਵਿੱਚ ਜਾਂ ਹੋਰ ਜੇ ਉਹਨੂੰ ਥੋੜ੍ਹੀ ਬਹੁਤ ਪ੍ਰੈਕਟਿਸ ਹੋ ਜਾਂਦੀ ਹੈ ਤੇ ਇੰਡੀਪੈਂਡੈਂਟਲੀ ਅਕਾਊਂਟਿੰਗ ਵੀ ਕਰ ਸਕਦਾ ਹੈਗਾ। ਇਹਦੇ ਨਾਲ ਬਹੁਤ ਸਾਰੇ ਜਿਹੜੇ ਸਟੂਡੈਂਟਸ ਨੇ, ਜਦੋਂ ਉਹਨਾਂ ਨੂੰ ਕੁਝ ਸਾਲ ਹੋ ਜਾਂਦੇ ਨੇ, ਉੱਥੇ ਐਕਸਪੀਰੀਅੰਸ ਹੋ ਜਾਂਦਾ ਹੈ, ਤੇ ਉਦੋਂ ਉਹ ITR ਫਾਈਲਿੰਗ, ਰਿਟਰਨਿੰਗ ਫਾਈਲਿੰਗ, ਹੋਰ ਫਾਰਮ ਭਰਨ ਦੀਆਂ ਬਹੁਤ ਇਹੋ ਜਿਹੀਆਂ ਚੀਜ਼ਾਂ ਕਰਨਯੋਗ ਹੋ ਜਾਂਦੇ ਨੇ, ਜਿਨ੍ਹਾਂ ਦੇ ਨਾਲ ਉਹਨਾਂ ਦਾ ਡੇਲੀ ਦੀ ਇਨਕਮ ਮੈਂ ਗੱਲ ਕਰਦਾ ਪਿਆ, ਜਿਹੜੀ ਕਿ ਜਨਰੇਟ ਹੁੰਦੀ। ਕਿਉਂਕਿ ਮੈਂ ਆਪ ਕੈਨੇਡਾ ਦੇ ਵਿੱਚ ITR ਫਾਈਲ ਕਰਦਾ ਰਿਹਾ ਉੱਥੇ ਜਾ ਕੇ, ਤੇ ਮੈਂ ਇਹ ਚੀਜ਼ ਸਮਝਦਾ ਹੈਗਾ ਕਿ ਉੱਥੇ ਬਹੁਤ ਸਾਰੇ ਇਹੋ ਜਿਹੇ ਪ੍ਰੈਕਟੀਸ਼ਨਰ ਹੈਗੇ ਨੇ, ਦੋਜ਼ ਹੂ ਆਰ ਰੀਅਲੀ ਡੂਇੰਗ ਗੁੱਡ, ਬਹੁਤ ਵਧੀਆ ਪੈਸੇ ਕਮਾ ਰਹੇ ਨੇ। ਸ਼ਾਇਦ CA ਵੀ ਕਈ ਉਹਨੇ ਪੈਸੇ ਨਾ ਕਮਾਉਂਦੇ ਹੋਣ ਜਿੰਨੇ ਅਕਾਊਂਟੈਂਟ ਹੀ ਕਮਾ ਰਹੇ ਨੇ। ਸੋ ਇਹੋ ਜਿਹੇ ਟੈਕਨੀਕਲ ਕੋਰਸਿਸ ਜਿਹੜੇ ਨੇ ਅਕਾਊਂਟਿੰਗ ਜਾਂ ਠੀਕ, ਹੋਰ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੱਤੀ ਹੈ। ਹੋਰ ਵੀ ਇਹੋ ਜਿਹੇ ਬਹੁਤ ਸਾਰੇ ਕੋਰਸਿਸ ਨੇ ਜਿਨ੍ਹਾਂ ਦੇ ਵਿੱਚ ਬੱਚੇ ਬਹੁਤ ਵਧੀਆ ਉੱਥੇ ਆਪਣੀ ਲਾਈਫ ਸੈਟਲ ਕਰ ਸਕਦੇ ਨੇ, ਇੱਕ ਪ੍ਰੋਫੈਸ਼ਨਲ ਜ਼ਿੰਦਗੀ ਵੀ ਸਪੈਂਡ ਕਰ ਸਕਦੇ ਨੇ, ਡੈਟ ਟੂ ਵਿਦ ਵੈਰੀ ਗੁੱਡ ਅਰਨਿੰਗ। ਸੋ ਮੌਂਟਰੀਅਲ ਇੱਕ ਇਹੋ ਜਿਹੀ ਲੋਕੇਸ਼ਨ ਹੈ ਜਿੱਥੇ ਕਿ ਸਭ ਤੋਂ ਜ਼ਿਆਦਾ ਜੌਬਸ ਅਵੇਲੇਬਲ ਨੇ ਕੈਨੇਡਾ ਦੇ ਵਿੱਚ। ਜਦੋਂ ਤੁਸੀਂ ਜਾਓਗੇ ਗੂਗਲ ਤੇ ਕਦੇ ਸਰਚ ਕਰਕੇ ਦੇਖਿਓ, ਤੁਹਾਨੂੰ ਮੈਂ ਇਹ ਗੱਲ ਆਪਣੇ ਕੋਲੋਂ ਨਹੀਂ ਕਹਿ ਰਿਹਾ, ਕਿਊਬੈਕ ਜਿਹੜਾ ਕਿ ਪ੍ਰੋਵਿੰਸ ਹੈ, ਜਿੱਥੇ ਕਿ ਮੌਂਟਰੀਅਲ ਸਿਟੀ ਹੈ ਸਭ ਤੋਂ ਵੱਡਾ, ਜੇ ਆਪਾਂ ਉਹਦੀ ਗੱਲ ਕਰਦੇ ਹਾਂ ਤੇ ਬਾਕੀ ਦੇ ਤੁਸੀਂ ਪ੍ਰੋਵਿੰਸ ਨੂੰ ਕੰਪੇਅਰ ਕਰਦੇ ਹੋ ਤੇ ਸਭ ਤੋਂ ਜ਼ਿਆਦਾ ਜੌਬਸ ਦਾ ਕੰਪੈਰੀਜ਼ਨ ਕਰਦੇ ਹਾਂ, ਤੇ ਅਸੀਂ ਇਹ ਦੇਖਦੇ ਹਾਂ ਕਿ ਜਿੰਨੀਆਂ ਸਾਰੇ ਕੈਨੇਡਾ ਦੇ ਵਿੱਚ ਜੌਬਸ ਨੇ, ਉਨੀਆਂ ਇਕੱਲੇ ਇੱਕ ਹੀ ਪ੍ਰੋਵਿੰਸ ਦੇ ਵਿੱਚ ਨੇ, ਡੈਟ ਇਜ਼ ਕਿਊਬੈਕ, ਜਿੱਥੇ ਕਿ ਮੌਂਟਰੀਅਲ ਸਿਟੀ ਹੈ ਮੇਨ, ਉਹਨਾਂ ਦਾ ਮੈਟਰੋ ਸਿਟੀ ਹੈ। ਸੋ ਅੱਜ ਦੀ ਡੇਟ ਦੇ ਵਿੱਚ ਸਾਨੂੰ ਜਿਹੜੇ ਸਸਪੈਂਡਡ ਕਾਲਜਸ ਦੇ ਵਿੱਚੋਂ ਵੀ ਕੁਝ ਕਾਲਜਸ ਦੀ ਮੇਲ ਆ ਗਈ ਹੈ ਕਿ ਸਾਡੇ ਵੀਜ਼ੇ ਆ ਰਹੇ ਨੇ, ਵੀਜ਼ੇ ਆਣੇ ਸ਼ੁਰੂ ਹੋ ਗਏ ਨੇ। ਸਾਡੇ ਖੁਦ ਦੇ ਵੀਜ਼ੇ ਇਹ ਵਾਲੇ ਕਾਲਜਸ ਦੇ ਜਿਹੜੇ ਕਿ ਲਿਸਟ ਦੇ ਵਿੱਚ ਸੀ, ਉਹਨਾਂ ਦੇ ਵੀਜ਼ੇ ਸਾਡੇ ਵੀ ਗ੍ਰਾਂਟ ਹੋਏ ਨੇ। ਉਹ ਸਟਕ ਨੇ, ਮੈਂ ਇਹ ਨਹੀਂ ਕਹਾਂਗਾ ਕਿ ਸਾਰੇ ਦੇ ਸਾਰੇ ਵੀਜ਼ੇ ਆ ਗਏ। ਹਾਂ, ਕੁਝ ਵੀਜ਼ੇ ਵੀ ਆ ਗਏ ਨੇ, ਕੁਝ ਪਾਸਪੋਰਟ ਰਿਕੁਐਸਟ ਵੀ ਰਿਸੀਵ ਹੋ ਚੁੱਕੀਆਂ ਨੇ। ਸੋ ਪਤਾ ਚੱਲਦਾ ਵੀ ਚੀਜ਼ਾਂ ਬੈਟਰ ਹੋ ਰਹੀਆਂ, ਸਿਚੁਏਸ਼ਨ ਜਿਹੜੀ ਹੈ ਆਪਣੇ ਮੌਂਟਰੀਅਲ ਦੀ ਬੈਟਰ ਹੋ ਰਹੀ ਹੈ। ਸੋ ਜੇ ਆਪਾਂ ਇਹ ਵਾਲੇ ਕੁਐਸਚਨ ਦੀ ਗੱਲ ਕਰੀਏ ਕਿ ਇਜ਼ ਮੌਂਟਰੀਅਲ ਬੈਕ ਟੂ ਨਾਰਮਲ, ਐਗਜ਼ੈਕਟਲੀ ਮੌਂਟਰੀਅਲ ਵਾਜ਼ ਆਲਵੇਜ਼ ਨਾਰਮਲ ਐਕਸੈਪਟ ਥੀਸ ਫਿਊ ਕਾਲਜਸ। ਅਗਰ ਅਸੀਂ ਇਹਨਾਂ ਨੂੰ ਕੱਢ ਦਿੰਦੇ ਹਾਂ ਬਾਹਰ, ਤੇ ਮੌਂਟਰੀਅਲ ਦੇ ਵਿੱਚ ਇਹ ਤਾਂ ਨਹੀਂ ਵੀ ਜੋ ਸਟੂਡੈਂਟ ਵੀਜ਼ਾ ਹੋਣਾ ਹੀ ਬੰਦ ਹੋ ਗਿਆ। ਬਹੁਤ ਸਾਰੀਆਂ ਯੂਨੀਵਰਸਿਟੀਜ਼ ਨੇ, ਬਹੁਤ ਸਾਰੇ ਉੱਥੇ ਹਜ਼ਾਰਾਂ ਕਾਲਜ ਨੇ। ਇਹ 10 ਕਾਲਜਾਂ ਕਰਕੇ ਕਿਤੇ ਇਹ ਥੋੜੀ ਵੀ ਕਿਊਬੈਕ ਗਵਰਨਮੈਂਟ ਨੇ ਬੈਨ ਹੀ ਲਾਤਾ ਵੀ ਦੁਨੀਆ 'ਚੋਂ ਬੱਚੇ ਨਹੀਂ ਆਉਣੇ। ਸੋ ਇਹੋ ਜਿਹੀ ਕੋਈ ਸਿਚੁਏਸ਼ਨ ਨਹੀਂ ਹੈ। ਬਹੁਤ ਸਾਰੀਆਂ ਮਿਥਸ, ਬਹੁਤ ਸਾਰੇ ਕਨਸੈਪਸ਼ਨਸ ਜਿਹੜੇ ਕਿ ਕੰਟੀਨਿਊਸਲੀ ਮਾਰਕੀਟ ਦੇ ਵਿੱਚ ਚੱਲਦੇ ਰਹਿੰਦੇ ਨੇ। ਉਹ ਕਿਤੇ ਨਾ ਕਿਤੇ ਮੈਂ ਸੋਚਦਾ ਵੀ ਕੰਸਲਟੈਂਟ ਕਈ ਵਾਰੀ ਕਹਿੰਦੇ ਕੁਛ ਨੇ ਤੇ ਬੱਚੇ ਸਮਝ ਕੁਛ ਲੈਂਦੇ ਨੇ, ਅੱਗੋਂ ਗਲਤ ਚੀਜ਼ਾਂ ਟਰਾਂਸਫਰ ਹੋਈ ਜਾਂਦੀਆਂ ਨੇ। ਜਦੋਂ ਅੱਗੇ ਆਪਾਂ ਗੱਲ ਕਰਦੇ ਹਾਂ ਤੇ
ਉਹਦੇ ਵਿੱਚ ਥੋੜਾ ਜਿਹਾ ਕਮਿਊਨੀਕੇਸ਼ਨ ਗੈਪ ਪੈ ਜਾਂਦਾ ਹੈ, ਉਹ ਅੱਗੇ ਚੀਜ਼ ਜਿਹੜੀ ਹੈ ਮਿਸਕਨਸੈਪਚੁਅਲਾਈਜ਼ ਕਰ ਲਈ ਜਾਂਦੀ ਹੈ, ਉਹਦੇ ਨਾਲ ਇੱਕ ਰਿਊਮਰ ਬਣ ਜਾਂਦੀ ਹੈ। ਸੋ ਦੋਸਤੋ ਬਹੁਤ ਸਾਰੇ ਕਾਲਜਸ ਨੇ ਜਿਨ੍ਹਾਂ ਦੇ ਵਿੱਚ ਬਹੁਤ ਵਧੀਆ ਕੋਰਸਸ ਨੇ ਪਰਸੋਨਾ ਕੰਸਲਟੈਂਟਸ ਉਹਨਾਂ ਨੂੰ ਪ੍ਰਮੋਟ ਕਰਦਾ ਪਿਆ। ਅਸੀਂ ਨਹੀਂ ਚਾਹੁੰਦੇ ਕਿ ਜਿਹੜੇ ਕਾਲਜਸ ਦੇ ਵਿੱਚ ਥੋੜੀ ਬਹੁਤੀ ਵੀ ਦਿੱਕਤ ਹੈ, ਚਾਹੇ ਵੀਜ਼ੇ ਆ ਵੀ ਰਹੇ, ਅਸੀਂ ਉਹ ਕਾਲਜਾਂ ਦੇ ਵਿੱਚ ਭੇਜੀਏ। ਕਿਉਂਕਿ ਅਲਟੀਮੇਟਲੀ ਬੱਚਿਆਂ ਦੇ ਜਿਹੜਾ ਭਵਿੱਖ ਦਾ ਸਵਾਲ ਹੈ, ਉਹਨਾਂ ਦੇ ਆਪਣੇ ਕੈਰੀਅਰ ਦਾ ਸਵਾਲ ਹੈ, ਮਾਂ ਪਿਓ ਦੀ ਹਾਰਡ ਅਰਨਡ ਮਨੀ ਦਾ ਸਵਾਲ ਹੈ, ਮਾਂ ਪਿਓ ਦੇ ਸੁਪਨੇ ਤੇ ਬੱਚਿਆਂ ਦੇ ਸੁਪਨੇ ਤੇ ਬੱਚਿਆਂ ਦਾ ਕੈਰੀਅਰ, ਉਹਦੇ ਨਾਲ ਲੱਖਾਂ ਰੁਪਏ ਵੀ ਦਾਅ ਤੇ ਲੱਗੇ ਹੁੰਦੇ ਆ। ਸੋ ਦੋਸਤੋ ਕਿਸੇ ਤਰ੍ਹਾਂ ਦੀ ਵੀ ਕੋਈ ਪਰੇਸ਼ਾਨੀ ਵਾਲੀ ਗੱਲ ਨਹੀਂ। ਜੇ ਆਪਾਂ ਗੱਲ ਕਰਦੇ ਹਾਂ ਕਿ ਆਪਣੇ CAQ ਲੈਟਰ, ਉਹ ਤਕਰੀਬਨ 20-25 ਦਿਨਾਂ ਦੇ ਵਿੱਚ ਆ ਰਹੀ ਹੈ। ਸੋ 20-25 ਦਿਨ ਦੇ ਵਿੱਚ ਉਸ ਹਿਸਾਬ ਨਾਲ ਤੁਸੀਂ ਪਲਾਨ ਕਰਕੇ ਚੱਲਣਾ ਹੈਗਾ ਕਿ ਤੁਹਾਡਾ ਜਿਹੜਾ ਇਨਟੇਕ ਹੈ ਉਹ ਕਦੋਂ ਸ਼ੁਰੂ ਹੋਣਾ ਹੈ। ਤੇ ਇੱਕ ਗੱਲ ਇੱਥੇ ਹੋਰ ਬਹੁਤ ਵਧੀਆ ਕਿਊਬਿਕ ਦੇ ਵਿੱਚ ਹਰ 2 ਮਹੀਨੇ ਬਾਅਦ 3 ਮਹੀਨੇ ਬਾਅਦ ਸਾਨੂੰ ਇਨਟੇਕ ਉੱਥੇ ਮਿਲ ਜਾਂਦਾ। ਕਿਊਬਿਕ ਦੇ ਵਿੱਚ ਬੱਚਿਆਂ ਨੂੰ ਫ੍ਰੈਂਚ ਫ੍ਰੀ ਪੜ੍ਹਾਈ ਜਾਂਦੀ ਹੈ, ਨਾਲ $800-850 ਵੀ ਦਿੱਤਾ ਜਾਂਦਾ। ਸੋ ਜੇ ਆਪਾਂ ਕਿਊਬਿਕ ਦੀ ਗੱਲ ਕਰੀਏ, ਆਪਾਂ ਮੌਂਟਰੀਅਲ ਦੀ ਗੱਲ ਕਰੀਏ, ਤੇ ਜੇ ਆਪਾਂ ਲਿਸਟ ਬਣਾਉਣ ਲੱਗੀਏ ਉਹਨਾਂ ਦੇ ਬੈਨੀਫਿਟਸ ਦੀ, ਤੇ ਬਹੁਤ ਵੱਡੀ ਲਿਸਟ ਬਣ ਜਾਂਦੀ। ਮੈਂ ਪਹਿਲਾਂ ਵੀ ਕਈ ਲਾਈਵ ਕੀਤੇ ਹੈ ਜਿਹਦੇ ਵਿੱਚ ਮੈਂ ਆਪਣੇ ਮੌਂਟਰੀਅਲ ਦੇ ਜਾਂ ਕਿਊਬਿਕ ਦੇ ਜੋ ਸਰਕਾਰੀ ਫਾਇਦੇ ਨੇ, ਜੋ ਉੱਥੇ ਸਰਕਾਰ ਬੱਚਿਆਂ ਨੂੰ ਫਾਇਦੇ ਦਿੰਦੀ ਹੈ ਜਾਂ ਉੱਥੇ ਦੇ ਰੈਜ਼ੀਡੈਂਟਸ ਨੂੰ ਫਾਇਦੇ ਦਿੰਦੀ ਹੈ, ਉਹਦੇ ਬਾਰੇ ਮੈਂ ਕੰਪਲੀਟਲੀ ਗੱਲ ਕੀਤੀ ਹੈ। ਉਹ ਆਪਾਂ ਇੱਕ ਵਾਰੀ ਫੇਰ ਲਾਈਵ ਕਰਾਂਗੇ, ਕਿਉਂਕਿ ਅਸੀਂ ਇਹ ਚਾਹੁੰਦੇ ਅਲਟੀਮੇਟਲੀ ਕਿ ਜਿਹੜੇ ਬੱਚੇ ਵੀ ਉੱਥੇ ਜਾਣ ਉਹ ਸੈਟਲ ਹੋਣ, ਕਿਉਂਕਿ ਬੱਚਿਆਂ ਦਾ ਜਿਹੜਾ ਗੋਲ ਹੈਗਾ ਉਹ ਹੈਗਾ ਸੈਟਲਮੈਂਟ, ਯਾਨੀ ਕਿ ਪਰਮਾਨੈਂਟ ਰੈਜ਼ੀਡੈਂਸੀ। ਸੋ ਪਰਮਾਨੈਂਟ ਰੈਜ਼ੀਡੈਂਸੀ ਦੇ ਪਾਥਵੇ ਵੱਖਰੇ ਨੇ। ਕੋਈ ਓਨਟਾਰੀਓ ਜਾ ਕੇ ਕੋਈ ਡਿਪਲੋਮਾ ਕਰਕੇ ਵੀ PR ਲੈਣਾ ਚਾਹੁੰਦਾ ਹੈ। ਸੋ ਤੁਸੀਂ ਆਪਣੇ ਜਿਹੜੇ ਪ੍ਰੋਵਿੰਸ ਵਿੱਚ ਵੀ ਜਾਓ, ਗੋਲ ਸਾਰਿਆਂ ਦਾ ਇੱਕ ਹੀ ਹੈ ਕਿ PR ਲੈਣੀ ਹੈ। ਬਹੁਤ ਸ਼ਾਇਦ ਹੀ ਕੋਈ ਬੱਚਾ ਹੋਵੇ ਜਿਹੜਾ ਕਹੇ ਜੀ ਮੈਂ ਉੱਥੇ ਦੀ ਡਿਗਰੀ ਲੈਣੀ ਹੈ ਜਾਂ ਮੈਂ ਪੜ੍ਹ ਕੇ ਵਾਪਸ ਆਉਣਾ ਹੈ। ਸੋ ਜਦੋਂ ਸਾਡਾ ਗੋਲ ਇਹ ਹੈ, ਅਸੀਂ ਕਿਉਂ ਨਾ ਉਹੀ ਪੈਰਾਮੀਟਰਸ ਤੇ ਵਰਕ ਕਰੀਏ ਕਿ ਜਿਹਦੇ ਨਾਲ ਸਾਡੀ ਪੜ੍ਹਾਈ ਵੀ ਹੋਵੇ, ਇੱਕ ਇਕਨੋਮਿਕਲ ਬਜਟ ਦੇ ਵਿੱਚ ਸਾਡੇ ਵੀਜ਼ੇ ਦੀ ਸਕਸੈਸ ਵੀ ਜ਼ਿਆਦਾ ਹੋਵੇ, ਤੇ ਵੀਜ਼ੇ ਦੀ ਸਕਸੈਸ ਦੇ ਨਾਲ ਸਾਨੂੰ ਫਿਊਚਰ 'ਚ ਕੀ ਬੈਨੀਫਿਟ ਮਿਲਣੇ ਨੇ, ਸਾਨੂੰ PR ਸੌਖੀ ਕਿਵੇਂ ਮਿਲਣੀ, ਇਹ ਸਾਰੀਆਂ ਗੱਲਾਂ ਦੇ ਨਾਲ ਮੈਂ ਇਹੀ ਕਹਿਣਾ ਚਾਹਾਂਗਾ ਕਿ ਮੌਂਟਰੀਅਲ ਇਜ਼ ਬੈਕ। ਮੌਂਟਰੀਅਲ ਪਹਿਲਾਂ ਵੀ ਬੈਕ ਸੀ, ਕਿਤੇ ਗਿਆ ਹੀ ਨਹੀਂ ਸੀ, ਪਰ ਕਿਤੇ ਨਾ ਕਿਤੇ ਜਿਹੜੀ ਸਿਚੁਏਸ਼ਨ ਸੀਗੀ ਉਹ ਇਹੋ ਜਿਹੀ ਬਣੀ ਹੋਈ ਸੀ ਕਿ ਕੰਸਲਟੈਂਟਸ ਵੀ ਥੋੜਾ ਜਿਹਾ ਸਲੋ ਹੋ ਗਏ ਸੀ ਆਪਣੇ ਕਿਊਬੈਕ ਨੂੰ ਲੈ ਕੇ, ਵੀ ਕਿਉਂ ਰਿਸਕ ਲੈਣਾ ਯਾਰ, ਬੱਚਿਆਂ ਦੇ ਪੈਸੇ ਨੇ, ਮਾਂ ਪਿਓ ਦਾ ਇੰਨੀ ਮੁਸ਼ਕਿਲ ਨਾਲ ਪੈਸੇ ਕਮਾਏ ਹੋਏ ਨੇ, ਬੱਚਿਆਂ ਦਾ ਭਵਿੱਖ ਹੈ, ਕਿਤੇ ਨਾ ਕਿਤੇ ਉਹਨੂੰ ਲੈ ਕੇ, ਉਸ ਚੀਜ਼ਾਂ ਨੂੰ ਲੈ ਕੇ ਥੋੜਾ ਸਲੋ ਕਰਤਾ ਗਿਆ ਸੀ। ਪਰ ਉਹ ਵਾਪਸ ਅੱਜ ਦੀ ਡੇਟ ਦੇ ਵਿੱਚ ਸਿਚੁਏਸ਼ਨ ਨਾਰਮਲ ਹੋ ਗਈ ਹੈ। ਕੰਸਲਟੈਂਟਸ ਵੀ ਆਪਣੇ ਵੀਜ਼ੇ ਸ਼ੋ ਕਰਦੇ ਪਏ, ਸਾਡੇ ਵੀਜ਼ੇ ਆ ਗਏ ਨੇ ਜੀ, ਮੌਂਟਰੀਅਲ ਦੇ ਸਾਡੇ ਵੀ ਵੀਜ਼ੇ ਆ ਗਏ ਨੇ। ਬਹੁਤ ਸਾਰੇ ਕਾਰਨਾਂ ਕਰਕੇ ਅਸੀਂ ਕਈ ਵੀਜ਼ੇ ਇੱਥੇ ਨਹੀਂ ਸ਼ੇਅਰ ਕਰਨਾ ਚਾਹੁੰਦੇ, ਕਿਉਂਕਿ ਬਹੁਤ ਸਾਰੇ ਬੱਚੇ ਸਾਨੂੰ ਮਨਾ ਕਰ ਦਿੰਦੇ ਆ ਜੀ, ਅਸੀਂ ਜਦ ਤੱਕ ਨਹੀਂ ਪਹੁੰਚਦੇ ਤੁਸੀਂ ਇਹਨੂੰ ਨਹੀਂ ਸ਼ੇਅਰ ਕਰਨਾ, ਜਾਂ ਹੋਰ ਕਈ ਰੀਜ਼ਨ ਹੋ ਜਾਂਦੇ ਪਰਿਵਾਰਕ ਜਿਹੜੇ ਕਿ ਅਸੀਂ ਇੱਥੇ ਸਾਂਝੇ ਨਹੀਂ ਕਰ ਸਕਦੇ। ਸੋ ਦੋਸਤੋ ਮੌਂਟਰੀਅਲ ਦੀ ਗੱਲ ਹੋ ਰਹੀ ਹੈ, ਠੀਕ ਹੈ, ਤੁਹਾਨੂੰ ਮੈਂ ਆਲਰੇਡੀ ਦੱਸ ਚੁੱਕਾ ਹਾਂ ਕਿ 20-25 ਦਿਨ ਦੇ ਵਿੱਚ ਆਪਾਂ ਨੂੰ CAQ ਲੈਟਰ ਮਿਲਦੀ ਪਈ ਹੈ। ਸੋ ਕਿਊਬਿਕ ਕਾਲਜਸ ਦੇ ਵਿੱਚੋਂ ਪਾਸਪੋਰਟ ਰਿਕੁਐਸਟ ਵੀ ਰਿਸੀਵ ਹੋ ਰਹੀਆਂ ਨੇ, ਤੇ ਹੁਣ 31 ਮਾਰਚ ਲੰਘ ਗਿਆ ਹੈਗਾ। ਸੋ 31 ਮਾਰਚ ਤੱਕ ਜਿਹੜੀ ਟੈਂਪਰੇਰੀ ਸਸਪੈਂਸ਼ਨ ਸੀਗੀ, ਉਹਦਾ ਹੁਣ ਕੇਸ ਜਿਹੜਾ ਹੈ ਉਹ ਆਲਮੋਸਟ ਕਲੋਜ਼ਰ ਵਾਲੇ ਪਾਸੇ ਚੱਲਦੇ ਪਈ ਸਿਚੁਏਸ਼ਨ ਉਹ ਵਾਲੀ। ਤੇ ਮੈਂ ਤੁਹਾਨੂੰ ਇੱਥੇ ਸ਼ੇਅਰ ਕਰਨਾ ਚਾਹੁੰਦਾ ਕਿ ਮੇਰੀ ਜਦੋਂ ਹੁਣ ਕਾਲਜਸ ਨਾਲ ਕਈਆਂ ਨਾਲ ਗੱਲ ਹੋਈ, ਉਹਨਾਂ ਨੇ ਇਹ ਦੱਸਿਆ ਵੀ ਕਿਉਂਕਿ 31 ਮਾਰਚ ਤੋਂ ਬਾਅਦ ਉੱਥੇ ਲਗਾਤਾਰ ਈਸਟਰ ਹੌਲੀਡੇ ਸੀਗੀਆਂ, ਠੀਕ ਹੈ, ਲੌਂਗ ਵੀਕਐਂਡ ਸੀਗਾ, ਤੇ ਥੋੜੀ ਕੋਵਿਡ ਦੀ ਸਿਚੁਏਸ਼ਨ ਕਾਰਨ ਵੀ ਕਿ ਜਿਹੜੇ ਡਿਸੀਜਨ ਹੈਗਾ ਸੀਗਾ ਇਮੀਗ੍ਰੇਸ਼ਨ ਦਾ, ਉਹ ਅੱਜ ਦੀ ਡੇਟ ਵਿੱਚ ਪੈਂਡਿੰਗ ਹੈਗਾ। ਪਰ ਹਾਂ ਇੱਥੇ ਤੁਹਾਨੂੰ ਦੱਸਣਾ ਚਾਹਾਂਗਾ ਵੀ ਜਿਹੜਾ ਡਿਸੀਜਨ ਹੈ ਉਹਨਾਂ ਦੇ ਆਡਿਟਸ ਨੂੰ ਲੈ ਕੇ ਹੈ, ਟੈਂਪਰੇਰੀ ਸਸਪੈਂਸ਼ਨ ਜਿਹੜੀ ਸੀਗੀ ਉਹਨਾਂ ਦੇ CAQ ਨੂੰ ਲੈ ਕੇ, ਉਹ ਆਲਰੇਡੀ ਪਹਿਲਾਂ ਅਪਲਿਫਟ ਕਰ ਦਿੱਤੀ ਗਈ ਹੋਈ ਸੀਗੀ। ਉਸ ਤੋਂ ਬਾਅਦ ਬਹੁਤ ਸਾਰੇ ਬੱਚਿਆਂ ਨੇ ਉਹੀ ਕਾਲਜਾਂ ਦੇ ਵਿੱਚ ਗਏ ਵੀ ਨੇ ਵੀਜ਼ਾ ਲੈ ਕੇ, ਤੇ ਅੱਜ ਦੀ ਡੇਟ ਦੇ ਵਿੱਚ ਬਹੁਤ ਚੰਗੇ ਤਰੀਕੇ ਦੇ ਨਾਲ ਉੱਥੇ ਸਟੱਡੀ ਵੀ ਕਰਦੇ ਪਏ ਨੇ। ਸੋ ਦੋਸਤੋ ਹੁਣ ਜਿਹੜਾ ਕਿਊਬਿਕ ਨੂੰ ਉਹ 10 ਕਾਲਜਾਂ ਦੀ ਗੱਲ ਕਰੀਏ ਤੇ ਸਾਨੂੰ ਜਲਦੀ ਉਹਦਾ ਵੀ ਕੋਈ ਨਾ ਕੋਈ ਨਿਊਜ਼ ਜਿਹੜੀ ਹੈ ਅਪਡੇਟ ਸਾਨੂੰ ਮਿਲ ਜਾਣਗੇ। ਪਰ ਜੇ ਅਸੀਂ ਬਾਕੀ ਰੈਸਟ ਆਫ ਦੇ ਕਾਲਜਸ ਦੀ ਗੱਲ ਕਰੀਏ ਕਿਊਬਿਕ ਦੇ ਵਿੱਚ, ਤੇ ਬਹੁਤ ਸਾਰੇ ਕਾਲਜਸ ਨੇ
ਜਿਨ੍ਹਾਂ 'ਚ ਕੋਈ ਦਿੱਕਤ ਨਹੀਂ, ਬੇਫਿਕਰ ਹੋ, ਕੋਈ ਟੈਨਸ਼ਨ ਵਾਲੀ ਗੱਲ ਨਹੀਂ ਹੈਗੀ। ਕੈਨੇਡਾ ਦੇ ਵਿੱਚ ਤੁਹਾਡਾ ਕਦੇ ਵੀ ਕੋਈ ਪੈਸਾ ਖਰਾਬ ਨਹੀਂ ਹੁੰਦਾ। ਤੁਸੀਂ ਇੰਨੇ ਸਾਲ ਹੋ ਗਏ, 10 ਸਾਲ ਹੋ ਗਏ ਸਾਨੂੰ ਕੈਨੇਡਾ ਬੱਚਿਆਂ ਨੂੰ ਭੇਜਦਿਆਂ ਨੂੰ, ਅੱਜ ਤੱਕ ਇੱਕ ਵੀ ਬੱਚੇ ਦਾ ਇਹੋ ਜਿਹੀ ਕੋਈ ਸਾਨੂੰ ਕੋਈ ਨਿਊਜ਼ ਨਹੀਂ ਆਈ ਜਾਂ ਸਾਡੇ ਨਾਲ ਕੋਈ ਇਹ ਚੀਜ਼ ਵਾਪਰੀ ਨਹੀਂ ਕਿ ਬੱਚੇ ਦੀ ਵੀ ਫੀਸ ਨਹੀਂ ਮਿਲੀ। ਦੋ ਹੀ ਚੀਜ਼ਾਂ ਹੁੰਦੀਆਂ ਨੇ, ਇੱਕ ਤੁਸੀਂ ਫੀਸ ਟ੍ਰਾਂਸਫਰ ਕਰਦੇ ਹੋ, ਦੂਸਰਾ ਤੁਸੀਂ ਆਪਣੇ ਹੀ ਖਾਤਾ GAC ਅਕਾਊਂਟ ਜਿਹਨੂੰ ਆਪਾਂ ਕਹਿੰਦੇ ਆ, ਠੀਕ ਹੈ, ਸਕੋਸ਼ੀਆ ਬੈਂਕ ਜਾਂ ਹੋਰ ਬੈਂਕਾਂ ਵਿੱਚ ਤੁਸੀਂ ਖਿਲਾ ਕੇ ਆਪਣੇ ਖਾਤੇ 'ਚ ਪੈਸੇ ਪਾਉਂਦੇ, ਉਹ ਪੈਸੇ ਤੁਹਾਡੇ ਖਾਤੇ ਵਿੱਚ ਹੀ ਹੁੰਦੇ ਨੇ। ਤੇ ਜਿਹੜੇ ਆਪਣੇ ਫੀਸ ਦੇ ਪੈਸੇ ਉਹ ਤੁਹਾਡੇ ਉੱਥੇ ਦੀ ਜਿਹੜੀ ਗਵਰਨਮੈਂਟ ਨੇ ਇਹੋ ਜਿਹਾ ਸਿਸਟਮ ਬਣਾਇਆ ਹੋਇਆ ਵੀ ਕੋਈ ਵੀ ਕਾਲਜ ਰੱਖ ਨਹੀਂ ਸਕਦਾ, ਉਹ ਪੈਸੇ ਤੁਹਾਡੇ ਸਿਕਿਉਰਡ ਨੇ ਤੇ 100% ਸੇਫ ਨੇ। ਜੇ ਕੋਈ ਕਾਲਜ ਰੱਖਣ ਦੀ ਕੋਸ਼ਿਸ਼ ਕਰੇਗਾ ਜਾਂ ਬੰਦ ਵੀ ਹੋ ਜਾਏਗਾ, ਤੁਹਾਡੇ ਨਾਲ ਮੈਂ ਸ਼ੇਅਰ ਕਰ ਦੇਵਾਂ ਕਿ ਉੱਥੇ ਦੇ ਸਾਰੇ ਕਾਲਜਸ $100 ਮਿਲੀਅਨ ਜਾਂ ਇਸ ਤੋਂ ਵੀ ਜ਼ਿਆਦਾ ਦੇ ਇੰਸ਼ੋਰੈਂਸ ਲੈ ਕੇ ਬੈਠੇ ਹੋਏ ਨੇ। ਉਹਨਾਂ ਲਈ ਮੈਂਡੇਟਰੀ ਹੈ, ਅਗਰ ਤੁਸੀਂ ਬੱਚੇ ਰਿਕਰੂਟ ਕਰਨੇ ਨੇ ਫੋਰਨ ਕੰਟਰੀਜ਼ ਤੋਂ ਤੇ ਉਹਨਾਂ ਨੂੰ ਉਹਨਾਂ ਦੇ ਜਿਹੜੇ ਇੰਟਰਸਟ ਨੇ ਉਹਨੂੰ ਕਿੱਦਾਂ ਸੇਫਗਾਰਡ ਕਰਨਾ, ਉਹ ਸਾਰੀਆਂ ਚੀਜ਼ਾਂ ਇਨ ਪਲੇਸ ਹੈਗੀਆਂ। ਸੋ ਕੋਈ ਘਬਰਾਉਣ ਵਾਲੀ ਗੱਲ ਨਹੀਂ ਕਿਸੇ ਤਰ੍ਹਾਂ ਦੀ ਵੀ। ਹੁਣ ਜਿਹੜੀ ਅਸੀਂ ਗੱਲ ਕਰਦੇ ਹਾਂ, ਠੀਕ ਹੈ, ਸਤੰਬਰ ਇਨਟੇਕ ਦੀ, ਪਲੈਨਿੰਗ ਫॉर ਸਤੰਬਰ ਇਨਟੇਕ। ਦੋਸਤੋ ਸਤੰਬਰ ਇਨਟੇਕ ਹਮੇਸ਼ਾ ਇੱਕ ਲਾਰਜ ਇਨਟੇਕ, ਇੱਕ ਮੇਜਰ ਇਨਟੇਕ ਮੰਨਿਆ ਜਾਂਦਾ ਹੈ ਕੈਨੇਡਾ ਦੇ ਵਿੱਚ। ਤੁਸੀਂ ਸੁਣਿਆ ਹੋਊਗਾ ਮੇ ਇਨਟੇਕ, ਫਿਰ ਜਨਵਰੀ ਇਨਟੇਕ ਜਾਂ ਹੋਰ ਆਪਣੇ ਕਿਊਬੈਕ ਦੇ ਵਿੱਚ ਬਹੁਤ ਪਪੂਲਰ ਨੇ। ਹਰ 2-3 ਮਹੀਨੇ ਬਾਅਦ ਇਨਟੇਕ ਹੋ ਜਾਂਦਾ ਹੈ, ਜਿੱਦਾਂ ਜੁਲਾਈ ਤੋਂ ਬਾਅਦ ਅਗਸਤ ਹੈਗਾ, ਅਗਸਤ ਤੋਂ ਬਾਅਦ ਫਿਰ ਨਵੰਬਰ ਹੈਗਾ, ਅਕਤੂਬਰ ਹੈ ਕਈਆਂ ਥਾਵਾਂ ਤੇ। ਸੋ ਉੱਥੇ ਰਨਿੰਗ ਇਨਟੇਕਸ ਹੈਗੇ ਨੇ। ਪਰ ਤਕਰੀਬਨ ਬਾਕੀ ਰੈਸਟ ਆਫ ਦਾ ਕੈਨੇਡਾ ਦੇ ਵਿੱਚ ਅਗਰ ਆਪਾਂ ਸਾਰੀਆਂ ਯੂਨੀਵਰਸਿਟੀਜ਼ ਦੀ ਗੱਲ ਕਰੀਏ, ਸਾਰੇ ਆਪਣੇ ਗਵਰਨਮੈਂਟ ਕਾਲਜਸ ਦੀ ਗੱਲ ਕਰੀਏ, ਜਿੰਨੇ ਵੀ ਵੱਡੇ ਇੰਸਟੀਟਿਊਟਸ ਨੇ, ਉਹਨਾਂ ਦਾ ਜਿਹੜਾ ਮੇਜਰ ਇਨਟੇਕ ਹੁੰਦਾ ਹੈ ਸਤੰਬਰ 'ਚ ਹੁੰਦਾ ਹੈ। ਕਿਉਂਕਿ ਬੱਚਿਆਂ ਦੀ ਜਿਹੜੀ ਸਕੂਲਿੰਗ ਹੈ ਉਹ ਇਸ ਤਰ੍ਹਾਂ ਬਣੀ ਹੋਈ ਹੈ ਕਿ ਉਧਰੋਂ ਉਹਨਾਂ ਦੇ ਐਗਜ਼ਾਮਸ ਖਤਮ ਹੁੰਦੇ ਨੇ, ਉਸ ਤੋਂ ਬਾਅਦ ਜਿਹੜਾ ਸਤੰਬਰ ਦੇ ਵਿੱਚ ਹੀ ਸਕੂਲਿੰਗ ਸ਼ੁਰੂ ਹੁੰਦੀ ਹੈ ਤੇ ਸਤੰਬਰ ਦੇ ਵਿੱਚ ਹੀ ਕਾਲਜਸ ਦੇ ਵਿੱਚ, ਯੂਨੀਵਰਸਿਟੀਜ਼ ਦੇ ਵਿੱਚ ਇਨਟੇਕ ਸ਼ੁਰੂ ਹੁੰਦਾ ਹੈ। ਸੋ ਸਤੰਬਰ ਇਨਟੇਕ ਹੀ ਐਤਕੀ ਮੇਜਰ ਰਹੇਗਾ। ਮੇ ਇਨਟੇਕ ਦੀ ਜੇ ਗੱਲ ਕਰੀਏ ਤੇ ਬਹੁਤ ਸਾਰੇ ਕਾਲਜਸ ਨੇ ਤੇ ਮੇ ਇਨਟੇਕ ਨੂੰ ਸ਼ੁਰੂ ਹੀ ਨਹੀਂ ਕੀਤਾ। ਜਿਨ੍ਹਾਂ ਨੇ ਆਫਰ ਲੈਟਰ ਦਿੱਤੀਆਂ ਵੀ ਸੀ ਉਹਨਾਂ ਨੇ ਵੀ ਬੱਚਿਆਂ ਦੀਆਂ ਡੈਫਰ ਕਰ ਦਿੱਤੀਆਂ। ਕਾਰਨ ਉਹਦਾ ਇਹ ਹੈ ਕਿ ਬਹੁਤ ਸਾਰੇ ਬੱਚੇ ਜਿਹੜੇ ਕਿ ਆਲਰੇਡੀ ਆਨਲਾਈਨ ਕਲਾਸਿਸ ਕਰ ਰਹੇ ਨੇ, ਠੀਕ ਹੈ, ਯੂਨੀਵਰਸਿਟੀਜ਼ ਇਹ ਨਹੀਂ ਚਾਹੁੰਦੀਆਂ ਕਿ ਜੇ ਕਿਤੇ ਰੈਗੂਲਰ ਕਲਾਸਿਸ ਮੰਨ ਲਓ ਸ਼ੁਰੂ ਹੋ ਜਾਂਦੀਆਂ, ਕੋਵਿਡ ਦੀ ਥੋੜੀ ਸਿਚੁਏਸ਼ਨ ਬੈਟਰ ਹੋ ਜਾਂਦੀ ਹੈ ਤੇ ਗਵਰਨਮੈਂਟ ਉਹਨਾਂ ਨੂੰ ਅਲਾਓ ਕਰ ਦਿੰਦੀ ਹੈ ਵੀ ਤੁਸੀਂ ਆਪਣੀਆਂ ਰੈਗੂਲਰ ਕਲਾਸਾਂ ਲਾਣੀਆਂ ਸ਼ੁਰੂ ਕਰੋ, ਤੇ ਉਹ ਕਿੱਥੇ ਬਿਠਾਉਣਗੇ। ਸੋ ਬੱਚੇ ਜੋ ਕਿ ਸਾਰੇ ਵਰਲਡ ਦੇ ਵਿੱਚ ਸਟਕ ਹੋਏ ਨੇ, ਜਿਨ੍ਹਾਂ ਨੇ ਖੁਦ ਵੀ ਡੈਫਰ ਲੈ ਲਿਆ ਸੀ। ਹੁਣ ਕਈ ਬੱਚਿਆਂ ਨੇ ਜਨਵਰੀ ਵਿੱਚ ਇਨਟੇਕ ਸੀਗਾ ਤੇ ਉਹਨਾਂ ਨੇ ਮੇ ਵਿੱਚ ਡੈਫਰ ਲੈ ਲਿਆ ਸੀ, ਮੇ ਦੇ ਵਿੱਚ ਹੁਣ ਸ਼ੁਰੂ ਨਹੀਂ ਹੋਇਆ ਤੇ ਉਹ ਹੁਣ ਅੱਗੇ ਚੱਲ ਕੇ ਸਤੰਬਰ ਦੇ ਵਿੱਚ ਹੋ ਗਿਆ। ਕਹਿਣ ਦਾ ਮਤਲਬ ਇਹ ਹੈ ਕਿ ਜਦੋਂ ਬੱਚਾ ਸਤੰਬਰ ਪਿਛਲੇ ਸਾਲ ਦੇ ਵਿੱਚ ਉਹਨੇ ਅਪਲਾਈ ਕਰਨਾ ਸ਼ੁਰੂ ਕੀਤਾ ਤੇ ਉਹਨੇ ਜਨਵਰੀ ਲਈ ਕੀਤਾ। ਸੋ ਜਨਵਰੀ ਦੇ ਵਿੱਚ ਉਹਦਾ ਵੀਜ਼ਾ ਗ੍ਰਾਂਟ ਹੋ ਗਿਆ, ਪਰ ਕੋਈ ਹਾਲਾਤਾਂ ਬਹੁਤ ਸਾਰੇ ਬੱਚੇ ਨੇ ਜਿਹੜੇ ਕਿ ਨਹੀਂ ਉੱਥੇ ਜਾ ਪਾਏ ਜਾਂ ਉੱਥੇ ਜਾ ਕੇ ਵੀ ਆਨਲਾਈਨ ਕਲਾਸਾਂ ਹੀ ਲੈ ਰਹੇ ਨੇ। ਉਹਨਾਂ ਬੱਚਿਆਂ ਨੂੰ ਅਕਮੋਡੇਟ ਕਿਵੇਂ ਕਰਨਾ ਹੈ, ਉਹਦੇ ਲਈ ਉਹਨਾਂ ਨੇ ਬਹੁਤ ਸਾਰੇ ਕਾਲਜਸ ਨੇ ਮੇ ਇਨਟੇਕ ਨੂੰ ਕਲੋਜ਼ ਕਰ ਦਿੱਤਾ, ਉਹਦੇ ਵਿੱਚ ਐਡਮਿਸ਼ਨ ਦਿੱਤੀਆਂ ਹੀ ਨਹੀਂ। ਕਲੋਜ਼ ਦਾ ਮਤਲਬ ਇਹ ਨਹੀਂ ਵੀ ਓਪਨ ਕੀਤਾ ਤੇ ਉਹਨੂੰ ਬੰਦ ਕਰ ਦਿੱਤਾ। ਉਹਨਾਂ ਨੂੰ ਲੱਗਾ ਵੀ ਇਹਨੂੰ ਹੁਣ ਟੈਂਪਰੇਰੀ ਸਸਪੈਂਡ ਕਰ ਦਿੱਤਾ ਜਾਵੇ। ਬਹੁਤ ਸਾਰੇ ਕਿਉਂਕਿ ਇਹ ਹਾਲਾਤਾਂ ਦੇ ਮੁਤਾਬਕ ਜ਼ਰੂਰੀ ਵੀ ਸੀਗਾ। ਸੋ ਅੱਜ ਦੀ ਡੇਟ ਦੇ ਵਿੱਚ ਆਪਾਂ ਮੌਂਟਰੀਅਲ ਦੀ ਗੱਲ ਕਰੀਏ, ਕਿਊਬੈਕ ਦੀ ਗੱਲ ਕਰੀਏ ਤੇ ਕੋਈ ਪ੍ਰੋਬਲਮ ਨਹੀਂ ਹੈਗੀ। ਤੁਸੀਂ ਆਫਰ ਲੈਟਰ ਸਾਡੇ ਕੋਲ ਵਿਦਿਨ ਅ ਡੇ, ਇੱਕ ਦਿਨ ਦੇ ਵਿੱਚ 24 ਤੋਂ 48 ਘੰਟੇ ਦੇ ਵਿੱਚ ਤੁਹਾਨੂੰ ਅਸੀਂ ਆਫਰ ਲੈਟਰ ਤੁਹਾਨੂੰ ਪ੍ਰੋਵਾਈਡ ਕਰ ਸਕਦੇ ਹਾਂ ਵਰਕਿੰਗ ਡੇਜ਼ ਦੇ ਵਿੱਚ। ਜੇ ਅਸੀਂ ਓਨਟਾਰੀਓ ਦੀ ਗੱਲ ਕਰੀਏ ਤੇ ਓਨਟਾਰੀਓ ਦੇ ਵਿੱਚ ਵੀ ਵਿਦਿਨ ਵੀਕ 10 ਡੇਜ਼ ਦੀ ਅਲੱਗ-ਅਲੱਗ ਕਾਲਜ ਦੀ ਅਲੱਗ-ਅਲੱਗ ਹੀ ਟਾਈਮ ਪੀਰੀਅਡ ਹੈਗਾ। ਸੋ ਓਨਟਾਰੀਓ ਦੇ ਵਿੱਚ ਵੀ ਆਫਰ ਲੈਟਰਸ ਮਿਲ ਰਹੀਆਂ ਨੇ। ਕੁਝ ਕਾਲਜਸ ਨੇ ਜਿਨ੍ਹਾਂ ਦੇ ਵਿੱਚ ਕੁਝ ਪ੍ਰੋਗਰਾਮਸ ਬੰਦ ਹੋ ਚੁੱਕੇ ਨੇ, ਪਰ ਉਹਦਾ ਮਤਲਬ ਇਹ ਨਹੀਂ ਹੈ ਕਿ ਤੁਸੀਂ ਉੱਥੇ ਜਾ ਨਹੀਂ ਸਕਦੇ। ਬਹੁਤ ਸਾਰੇ ਕਾਲਜਸ ਦੇ ਵਿੱਚ ਉਹੀ ਵਾਲੇ ਪ੍ਰੋਗਰਾਮ ਓਪਨ ਵੀ ਹੈਗੇ ਨੇ। ਉਹ ਅਗਰ ਤੁਸੀਂ ਕੋਈ ਸਾਡੇ ਨਾਲ ਤੁਸੀਂ ਡਿਸਕਸ ਕਰਨਾ ਚਾਹੁੰਦੇ ਹੋ, ਸਾਡਾ ਹੈਲਪਲਾਈਨ ਨੰਬਰ 85 660 28008 ਤੇ ਤੁਸੀਂ ਸਾਨੂੰ
ਕੰਟੈਕਟ ਕਰ ਸਕਦੇ ਹੋ। ਤੇ ਇਸੇ ਤਰ੍ਹਾਂ ਹੀ BC ਦੇ ਵਿੱਚ ਵੀ ਬਹੁਤ ਸਾਰੇ ਕਾਲਜਸ ਨੇ ਜਿਨ੍ਹਾਂ ਦੇ ਸਤੰਬਰ ਇਨਟੇਕ ਇਸ ਟਾਈਮ ਓਪਨ ਹੋ ਚੁੱਕਿਆ ਹੈ। ਐਲਬਰਟਾ ਦੇ ਵਿੱਚ ਵੀ ਹੋ ਚੁੱਕਿਆ ਹੈ, ਸਸਕੈਚੂਨ ਦੇ ਵਿੱਚ ਵੀ ਹੋ ਚੁੱਕਿਆ ਹੈ ਤੇ ਨੋਵਾ ਸਕੋਸ਼ੀਆ ਦੇ ਵਿੱਚ ਵੀ ਹੋ ਚੁੱਕਿਆ ਹੈ। ਦੋਸਤੋ ਇਹ ਕੁਝ ਇਸ ਟਾਈਮ ਪ੍ਰਾਈਮ ਸਟੇਟਸ ਨੇ ਜਿੱਥੇ ਕਿ ਬੱਚੇ ਰੈਗੂਲਰ ਜਾ ਰਹੇ ਨੇ। ਠੀਕ ਹੈ, ਨੋਵਾ ਸਕੋਸ਼ੀਆ ਦੀ ਗੱਲ ਕਰੀਏ, ਸਸਕੈਚੂਨ ਦੀ ਗੱਲ ਕਰੀਏ, PR ਈਜ਼ੀ ਹੈ। ਮੌਂਟਰੀਅਲ ਦੇ ਵਿੱਚ ਵੀ PR ਲੈਣੀ ਈਜ਼ੀ ਹੈਗੀ ਹੈ। ਸੋ ਜਿਹੜੀ ਸਤੰਬਰ ਦੀ ਪਲੈਨਿੰਗ ਤੁਸੀਂ ਜਿਹੜੇ ਬੱਚਿਆਂ ਦੀ +2 ਕੰਪਲੀਟ ਹੋ ਚੁੱਕੀ ਹੈ, IELTS ਕਰ ਚੁੱਕੇ ਨੇ, ਮੈਂ ਉਹਨਾਂ ਨੂੰ ਇੱਥੇ ਇਹੀ ਸੁਝਾਅ ਦੇਣਾ ਚਾਹਾਂਗਾ ਵੀ ਉਹਦੇ ਵਿੱਚ ਬਿਲਕੁਲ ਵੀ ਤੁਸੀਂ ਦੇਰੀ ਨਾ ਕਰੋ, ਕਿਉਂਕਿ ਬੱਚਿਆਂ ਦਾ ਰਸ਼ ਅੱਜ ਵੀ ਬਹੁਤ ਜ਼ਿਆਦਾ ਹੈ। ਬਹੁਤ ਸਾਰੇ ਬੱਚੇ ਜਿਹੜੇ ਕਿ ਪਹਿਲਾਂ ਰਿਫਿਊਜ਼ਲ ਹੋਏ ਨੇ ਉਹਨਾਂ ਨੂੰ ਫਿਰ ਆਫਰ ਲੈਟਰ ਲੈ ਕੇ ਉਹਨਾਂ ਨੇ ਫਿਰ ਕੇਸ ਲਾਉਣੇ ਆ। ਤੁਸੀਂ ਇਹ ਨਹੀਂ ਹੈਗਾ ਕਿ ਇਕੱਲੇ ਨਵੇਂ ਬੱਚਿਆਂ ਦੇ ਲਈ ਆਫਰ ਲੈਟਰਸ ਮਿਲਦੀਆਂ, ਆਲਰੇਡੀ ਜਿਹੜੇ ਬੱਚੇ ਜਨਵਰੀ ਦੇ ਜਾਂ ਪਿਛਲੇ ਸਾਲ ਦੇ ਵੀ ਬੈਠੇ ਹੋਏ ਨੇ, ਸਤੰਬਰ ਦੇ ਵਿੱਚ ਰਿਫਿਊਜ਼ ਹੋ ਕੇ ਬੈਠੇ ਨੇ, ਜਿਹਨਾਂ ਨੂੰ ਕੋਰਸ ਨਹੀਂ ਮਿਲਿਆ, ਉਸ ਤੋਂ ਬਾਅਦ ਉਹ ਵਾਲਾ ਜਿਹੜਾ ਕੋਰਸ ਹੈ ਸਤੰਬਰ 'ਚ ਹੀ ਮਿਲਣਾ ਹੈ। ਠੀਕ ਹੈ, ਨੈਕਸਟ ਬਹੁਤ ਸਾਰੇ ਇਹੋ ਜਿਹੇ ਕਾਲਜਸ ਨੇ ਜਿਨ੍ਹਾਂ ਦੇ ਵਿੱਚ ਮੰਨ ਲਓ ਸਤੰਬਰ ਇਨਟੇਕ ਦੇ ਵਿੱਚ ਬਹੁਤ ਸਾਰੇ ਕੋਰਸਸ ਨੇ ਜਿਹੜੇ ਅਵੇਲੇਬਲ ਨੇ, ਉਹ ਜਨਵਰੀ ਵਿੱਚ ਅਵੇਲੇਬਲ ਨਹੀਂ ਹੈਗੇ, ਕਿਉਂਕਿ ਜਨਵਰੀ ਜਿਹੜਾ ਸ਼ਾਰਟ ਇਨਟੇਕ ਮੰਨਿਆ ਜਾਂਦਾ ਹੈ ਤੇ ਮਈ ਦੇ ਵਿੱਚ ਐਤਕੀ ਵੈਸੇ ਹੀ ਕੋਈ ਬਹੁਤ ਜ਼ਿਆਦਾ ਐਕਟੀਵਿਟੀ ਨਹੀਂ ਹੋਈ ਤੇ ਆਫਰ ਲੈਟਰ ਨੂੰ ਲੈ ਕੇ ਬਹੁਤ ਜ਼ਿਆਦਾ ਕਾਲਜਸ ਨੇ ਆਫਰ ਲੈਟਰਸ ਨਹੀਂ ਪ੍ਰੋਵਾਈਡ ਕੀਤੀਆਂ। ਸੋ ਉਹ ਸਾਰੇ ਬੱਚੇ ਜਿਹੜੇ ਕਿ ਪਿਛਲੇ ਸਾਲ ਦੇ ਵੀ ਬੈਠੇ ਹੋਏ ਨੇ, ਕਿਸੇ ਦੇ ਵੀਜ਼ੇ ਲੱਗੇ ਨੇ, ਕਿਸੇ ਦੇ ਨਹੀਂ ਲੱਗੇ, ਠੀਕ ਹੈ, ਰਿਫਿਊਜ਼ਲ ਨੇ, ਉਹਨਾਂ ਨੇ ਹੁਣ ਜੇ ਮੰਨ ਲਓ ਡੈਫਰ ਕਰਦੇ ਪਏ ਨੇ ਉਹ ਵੀ ਸਤੰਬਰ, ਉਹਨਾਂ ਨੇ ਵੀ ਜਿਹੜਾ ਕੋਟਾ ਹੈ 2021 ਦਾ ਸਤੰਬਰ ਦਾ ਉਹਦਾ ਹਿੱਸਾ ਬਣ ਜਾਣਾ। ਜਿਹੜੇ ਕਿ ਰਿਫਿਊਜ਼ਲ ਲੈ ਕੇ ਬੈਠੇ ਹੋਏ ਨੇ ਉਹਨਾਂ ਨੇ ਵੀ ਉਹਦਾ ਕੋਟਾ ਬਣ ਜਾਣਾ। ਠੀਕ ਹੈ, 2021 ਸਤੰਬਰ ਇਨਟੇਕ ਦਾ। ਤੇ ਜਿਹੜੇ ਬੱਚਿਆਂ ਨੇ ਐਕਸਟੈਂਸ਼ਨ ਲੈਣੀ ਹੈ ਜਾਂ ਜਿਹੜੇ ਬੱਚੇ ਪਾਸ ਨਹੀਂ ਕਰ ਪਾਏ ਉੱਥੇ ਆਪਣਾ ਕੋਈ ਸਮੈਸਟਰ, ਜਾਂ ਜਿਹੜੇ ਬੱਚੇ ਆਨਲਾਈਨ ਸੀ ਵਿੱਚ ਉਹਨਾਂ ਨੇ ਛੱਡ ਦਿੱਤਾ, ਉਹਨਾਂ ਨੇ ਵੀ ਜਾ ਕੇ ਸਤੰਬਰ 'ਚ ਹੀ ਬਹਿਣਾ। ਸੋ ਕਰਾ ਕੇ ਜਿਹੜਾ ਕੋਟਾ ਹੈਗਾ, ਜਿਹੜੀਆਂ ਸੀਟਸ ਹੈਗੀਆਂ ਉਹ ਅਲੱਗ-ਅਲੱਗ ਆਪਣੇ ਸੈਗਮੈਂਟਸ ਨੇ ਕੰਜ਼ਿਊਮ ਕਰਨੀਆਂ ਹੈਗੀਆਂ। ਇਸ ਵਾਸਤੇ ਤੁਸੀਂ ਬਿਲਕੁਲ ਵੀ ਦੇਰੀ ਨਾ ਕਰੋ। ਜਿਹੜਾ ਸਤੰਬਰ ਇਨਟੇਕ ਦੇ ਲਈ ਅਗਰ ਤੁਸੀਂ ਪ੍ਰੀਪੇਅਰਡ ਹੋ ਤੇ ਉਹ 'ਤੇ ਵਰਕਿੰਗ ਸ਼ੁਰੂ ਕਰੋ। ਬਹੁਤ ਸਾਰੇ ਬੱਚੇ ਅੱਜ ਵੀ ਇਹੀ ਸੋਚਦੇ ਨੇ ਕਿ ਕੋਵਿਡ ਦੀ ਸਿਚੁਏਸ਼ਨ ਅੱਜ ਠੀਕ ਨਹੀਂ ਹੈਗੀ। ਦੋਸਤੋ, ਹਾਲਾਤ ਦੁਨੀਆ ਦੇ ਵਿੱਚ ਕੁਛ ਨਾ ਕੁਛ ਚੱਲਦਾ ਰਹਿਣਾ। ਸੋ ਮੈਂ ਇਹ ਨਹੀਂ ਕਹਾਂਗਾ ਕਿ ਤੁਹਾਡੀ ਸੋਚਣੀ ਗਲਤ ਹੈ। ਆਪਣੇ ਆਪ ਨੂੰ ਪ੍ਰੋਟੈਕਟ ਕਰਨਾ ਤੇ ਆਪਣੇ ਆਪ ਨੂੰ ਸੇਵ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਹੈ, ਪਰ ਉਹਦੇ ਨਾਲ ਆਪਣਾ ਜਿਹੜਾ ਫਿਊਚਰ ਹੈ ਉਹਨੂੰ ਵੀ ਧਿਆਨ 'ਚ ਰੱਖਣਾ ਬਹੁਤ ਜ਼ਰੂਰੀ ਹੈ। ਸੋ ਸਤੰਬਰ ਇਨਟੇਕ ਦੀਆਂ ਟਾਈਮਲੀ ਆਫਰ ਲੈਟਰਸ ਲੈਣ ਲਈ ਤੁਸੀਂ ਪਰਸੋਨਾ ਕੰਸਲਟੈਂਟਸ ਨੂੰ ਕੰਟੈਕਟ ਕਰ ਸਕਦੇ ਹੋ। ਸਾਡਾ ਹੈਲਪਲਾਈਨ ਨੰਬਰ 8566028008। ਤੇ ਇਸ ਤੋਂ ਬਾਅਦ ਅਸੀਂ ਹੁਣ ਗੱਲ ਕਰਦੇ ਹਾਂ ਕਿ ਤੁਹਾਡੇ ਨਾਲ ਜੋ ਆਪਣੀ ਲੇਟੈਸਟ ਹੁਣ ਕਰੰਟ ਕੀ ਇਨਫੋਰਮੇਸ਼ਨ, ਕੀ ਅਪਡੇਟਸ ਹੈਗੇ ਨੇ ਉਹਦੇ ਬਾਰੇ। ਪਹਿਲੀ ਗੱਲ ਤੁਹਾਨੂੰ ਦੱਸ ਦਈਏ ਕਿ ਬੱਚੇ ਜਿਹੜੇ ਹੈਗੇ ਨੇ ਆਰਾਮ ਦੇ ਨਾਲ ਫਲਾਈਟਸ ਲੈ ਕੇ ਕੈਨੇਡਾ ਜਾ ਰਹੇ ਨੇ। ਜਿਹੜੀ ਕੁਆਰੰਟਾਈਨ, ਇਹ ਬਹੁਤ ਸਾਰੇ ਬੱਚਿਆਂ ਦਾ ਸਵਾਲ ਹੈ ਕਿ ਕੁਆਰੰਟਾਈਨ ਦੀ ਕੀ ਸਿਚੁਏਸ਼ਨ ਹੈ, ਕਿੱਦਾਂ ਕੁਆਰੰਟਾਈਨ ਹੋ ਰਿਹਾ ਜੀ। ਜਦੋਂ ਤੁਸੀਂ ਉੱਥੇ ਏਅਰਪੋਰਟ 'ਤੇ ਜਾਂਦੇ ਹੋ ਤੇ ਉਸ ਤੋਂ ਬਾਅਦ ਤੁਹਾਡੇ ਟੈਸਟ ਹੁੰਦੇ ਨੇ ਤੇ 3 ਦਿਨ ਦੀ ਸਟੇ ਉੱਥੇ ਕਰਾਈ ਜਾਂਦੀ ਹੈ ਤੁਹਾਨੂੰ। ਅਗਰ ਤੁਸੀਂ ਪੋਜ਼ਿਟਿਵ ਨਹੀਂ ਹੈਗੇ, ਤੁਸੀਂ ਨੈਗੇਟਿਵ ਹੋ, ਤੇ ਤੁਹਾਨੂੰ ਪੁੱਛਿਆ ਜਾਂਦਾ ਕਿ ਤੁਹਾਡੇ ਕੋਲ ਕੀ ਪ੍ਰਬੰਧ ਹੈਗਾ ਰਹਿਣ ਦਾ। ਸੋ ਜੇ ਤੁਸੀਂ ਅਕੋਮੋਡੇਸ਼ਨ ਦਾ ਪ੍ਰਬੰਧ ਕਰਕੇ ਗਏ ਹੋ, ਆਪਣੇ ਨਾਲ ਪ੍ਰੂਫ ਇੱਥੋਂ ਲੈ ਕੇ ਜਾਓ। ਸਾਰੇ ਅਕੋਮੋਡੇਸ਼ਨ ਤੁਹਾਡੇ ਲਈ ਅਵੇਲੇਬਲ ਹੈ, ਡੈਟ ਟੂ ਵਿਦ ਪ੍ਰੋਪਰ ਸੇਫਟੀ, ਅਟੈਚਡ ਬਾਥਰੂਮ, ਤੇ ਉੱਥੇ ਹੋਰ ਕੌਣ ਰਹਿ ਰਿਹਾ ਹੈ ਤੇ ਉਹਨਾਂ ਦੇ ਕੋਲ ਅਕੋਮੋਡੇਸ਼ਨ ਕਿੰਨੀ ਹੈ। ਕਹਿਣ ਦਾ ਮਤਲਬ ਇਹ ਹੈ ਕਿ ਤੁਹਾਡੇ ਕੋਲ ਇੱਕ ਸੈਪਰੇਟ ਰੂਮ ਵਿਦ ਅਟੈਚਡ ਬਾਥਰੂਮ ਹੋਣਾ ਚਾਹੀਦਾ ਹੈ ਤੇ ਉੱਥੇ ਕੁਝ ਓਲਡ ਏਜ ਨਾ ਹੋਵੇ, ਕੋਈ ਬੰਦਾ, ਕੋਈ ਪੇਸ਼ੈਂਟ ਨਾ ਹੋਵੇ। ਇਹ ਚੀਜ਼ਾਂ ਤੁਹਾਨੂੰ ਪੁੱਛੀਆਂ ਜਾਂਦੀਆਂ ਨੇ। ਸੋ ਜੇ ਤੁਹਾਡੇ ਕੋਲ ਇੱਕ ਆਈਸੋਲੇਟਡ ਅਕੋਮੋਡੇਸ਼ਨ ਹੈਗੀ ਹੈ ਤੇ ਤੁਹਾਨੂੰ ਅਲਾਉ ਕਰ ਦਿੰਦੇ ਤੁਸੀਂ ਉੱਥੇ ਚਲੇ ਜਾਓ। ਉਸ ਤੋਂ ਬਾਅਦ ਗੱਲ ਆ ਜਾਂਦੀ ਹੈ ਵੀ ਸੱਚ ਬੋਲਣ ਦੀ ਜਾਂ ਝੂਠ ਬੋਲਣ ਦੀ। ਦੋਸਤੋ, ਇਹੋ ਜਿਹੇ ਬਹੁਤ ਸਾਰੇ ਕੇਸਿਸ ਮੇਰੇ ਧਿਆਨ ਵਿੱਚ ਆਏ ਨੇ ਜਿੱਥੇ ਕਿ ਬੱਚਿਆਂ ਨੇ ਝੂਠ ਮਾਰਿਆ ਤੇ ਜਦੋਂ ਤੁਸੀਂ ਕੋਈ ਉੱਥੇ ਉਹਨਾਂ ਨੂੰ ਕੋਈ ਸਬਮਿਟ ਕਰ ਦਿਓ ਕਿ ਮੈਂ ਇਸ ਐਡਰੈਸ ਤੇ ਮੈਂ ਜਦੋਂ ਕੁਆਰੰਟਾਈਨ ਹੋਣਾ, ਤੇ ਉਹ ਐਡਰੈਸ ਉੱਥੇ ਤੱਕ ਜਦੋਂ ਕੰਟੈਕਟ ਨੰਬਰ ਉਹਨਾਂ ਦੇ ਕੋਲ ਹੁੰਦਾ ਤੇ ਉਹਨਾਂ ਦੀ ਟੀਮ ਚੈੱਕ ਕਰਨ ਚਲੇ ਜਾਂਦੀ ਹੈ
ਤੇ ਜੇ ਕਿਤੇ ਉੱਥੇ ਜੋ ਤੁਸੀਂ ਕਲੇਮ ਕੀਤਾ ਉਹ ਉੱਥੇ ਨਾ ਪਾਇਆ ਜਾਵੇ ਤੇ ਤੁਹਾਨੂੰ ਟਿਕਟ ਦੇ ਦਿੱਤੀ ਜਾਂਦੀ ਹੈ। ਸੋ ਉਹ ਇੱਕ ਕ੍ਰਾਈਮ ਹੋ ਜਾਂਦਾ ਹੈ ਜਿਹੜਾ ਕਿ ਅੱਗੇ ਚੱਲ ਕੇ ਜੋ ਤੁਸੀਂ PR ਲੈਣੀ ਹੈ ਉਹਦੇ ਵਿੱਚ ਵੀ ਪ੍ਰੋਬਲਮ ਕ੍ਰੀਏਟ ਕਰ ਸਕਦਾ। ਸੋ ਬਹੁਤ ਸਾਰੇ ਬੱਚੇ ਸਾਨੂੰ ਕਹਿੰਦੇ ਜੀ ਅਸੀਂ ਤੇ ਉੱਥੇ ਕਹਿ ਕੇ ਨਿਕਲ ਆਏ ਹਾਂ। ਦੋਸਤੋ ਗੱਲ ਇਹ ਹੈ ਵੀ ਜੇ ਕੋਈ ਪ੍ਰੋਬਲਮ ਨਾ ਆਵੇ ਤੇ ਬਹੁਤ ਵਧੀਆ ਗੱਲ ਹੈ, ਠੀਕ ਹੈ, ਰੱਬ ਨਾ ਕਰੇ ਕਿਸੇ ਨੂੰ ਕੋਈ ਦਿੱਕਤ ਆਵੇ, ਪਰ ਜੇ ਚੈਕਿੰਗ ਹੋ ਜਾਵੇ, ਜਿੱਦਾਂ ਕਿ ਉਹ ਚੈਕਿੰਗ ਕਰਦੇ ਨੇ, ਉਹ ਰੈਂਡਮ ਚੈੱਕਸ ਕਰਦੇ ਪਏ ਨੇ। ਇਹ ਨਹੀਂ ਕਿ ਮੈਂ ਕਹਿਣਾ ਕਿ 100 ਬੰਦੇ ਉੱਥੋਂ ਬਾਹਰ ਗਏ ਤੇ 100 ਦੇ 100 ਨੂੰ ਹੀ ਚੈਕਿੰਗ ਹੋ ਰਹੀ ਹੈ, ਠੀਕ ਹੈ, ਰੈਂਡਮ ਹੋਣੀ, ਉਹ 'ਚ ਕਿਹਦਾ ਨੰਬਰ ਲੱਗ ਜਾਣਾ, ਠੀਕ ਹੈ, ਯੂ ਨੈਵਰ ਨੋ, ਤੁਹਾਡਾ ਨੰਬਰ ਲੱਗ ਜਾਵੇ, ਹੋ ਸਕਦਾ ਕਿਉਂ ਕੋਈ ਆਵੇ ਹੀ ਨਾ, ਪਰ ਉਹ ਆਪਾਂ ਰਿਸਕ ਕਿਉਂ ਲੈਣਾ, ਕਿਉਂਕਿ ਆਪਾਂ ਕੈਨੇਡਾ 'ਚ ਰਹਿ ਕੇ ਸਾਰੀ ਜ਼ਿੰਦਗੀ ਪੈਸੇ ਕਮਾਉਣੇ ਹੈ, ਡਾਲਰ ਹੀ ਕਮਾਉਣੇ ਹੈ। ਜੇ ਉੱਥੇ ਤੁਹਾਨੂੰ ਸਟੇ ਕਰਨਾ ਪੈਂਦਾ ਹੈ, ਠੀਕ, ਕੁਆਰੰਟਾਈਨ ਦੇ ਵਿੱਚ, ਤੇ $2000 ਜਾਂ ਉੱਥੇ ਜਿਹੜੀ ਅਕਮੋਡੇਸ਼ਨ ਦੇ ਐਕਸਪੈਂਸ ਹੈਗੇ ਉਹ ਤੁਸੀਂ ਇੱਥੋਂ ਚੂਜ਼ ਕਰਕੇ ਜਾਣਾ ਹੈ, ਆਪਣੇ ਕੰਸਲਟੈਂਟ ਦੇ ਨਾਲ ਪੂਰਾ ਹੋਮਵਰਕ ਕਰਕੇ ਜਾਣਾ ਹੈ। ਤੇ ਜੇ ਤੁਸੀਂ ਉੱਥੇ ਤੁਹਾਡਾ ਕੋਈ ਨੋਨ ਹੈ, ਦੋਸਤ ਮਿੱਤਰ ਹੈ, ਰਿਸ਼ਤੇਦਾਰ ਹੈ ਜਿਹੜਾ ਕਿ ਤੁਹਾਨੂੰ ਕੁਆਰੰਟਾਈਨ ਕਰਾ ਸਕਦਾ ਹੈ ਤੇ ਰਿਸਪੌਂਸਿਬਿਲਿਟੀ ਲੈ ਸਕਦਾ, ਕਿਉਂਕਿ ਕਈ ਵਾਰੀ ਕਾਲ ਕਰ ਲੈਂਦੇ ਨੇ, ਕਾਲ ਕਰਕੇ ਤੁਹਾਨੂੰ ਪੁੱਛ ਲੈਂਦੇ ਨੇ ਤੁਹਾਡੇ ਜਿਹੜੇ ਹੋਸਟ ਨੂੰ ਵੀ ਹਾਂਜੀ ਇਹ ਜੀ ਫਲਾਣਾ ਬੰਦਾ ਆ ਰਿਹਾ, ਤੁਹਾਡੇ ਕੋਲ ਤੁਸੀਂ ਰੱਖ ਲਓਗੇ, ਤੁਹਾਡੇ ਕੋਲ ਅਕਮੋਡੇਸ਼ਨ ਹੈਗੀ ਹੈ, ਤੁਸੀਂ ਇਹਦਾ ਧਿਆਨ ਰੱਖ ਲਓਗੇ, ਇਹਨੂੰ ਤੁਸੀਂ ਲਾਈਕ ਆਪਣਾ ਫੂਡ ਐਂਡ ਠੀਕ ਹੈ ਰਿਕੁਆਇਰਮੈਂਟ ਜੋ ਡੇਲੀ ਨੀਡਸ ਹੈਗੀ, ਅਸੈਂਸ਼ੀਅਲਸ ਹੈਗਾ, ਉਹ ਤੁਸੀਂ ਇਹਨਾਂ ਨੂੰ ਪ੍ਰੋਵਾਈਡ ਕਰ ਦੂੰਗੇ। ਸੋ ਉਹ ਗੱਲਾਂ ਤਾਂ ਦੈਟ ਪਰਸਨ ਹੈਜ਼ ਟੂ ਬੀ ਵੈਰੀ ਅਫਰਮੇਟਿਵ ਔਨ ਇਟ, ਉਹਨੂੰ ਯੈਸ ਕਰਨੀ ਪਏਗੀ, ਉਹਨੂੰ ਚੰਗੀ ਤਰ੍ਹਾਂ ਗੱਲ ਕਰਨੀ ਪਏਗੀ। ਜੇ ਉਹ ਬੰਦਾ ਥੋੜਾ ਜਿਹਾ ਕਿੰਤੂ ਪਰੰਤੂ ਕਰੇਗਾ ਤੇ ਉਹ ਕਿਤੇ ਨਾ ਕਿਤੇ ਉਹ ਡਾਊਟ ਹੋ ਜਾਏਗਾ ਵੀ ਇੰਨੇ ਕੁਆਰੰਟਾਈਨ ਬੰਦੇ ਨੇ ਇਹਦਾ ਨਹੀਂ ਕਰਨਾ। ਸੋ ਆਪਣਾ ਤੁਸੀਂ ਬੈਕਅਪ ਵੀ ਲੈ ਕੇ ਚੱਲਣਾ ਹੈਗਾ, ਤੁਸੀਂ ਜੇ ਪ੍ਰਬੰਧ ਹੋ ਗਿਆ ਤੇ ਉਹ ਵੀ ਬਹੁਤ ਵਧੀਆ ਗੱਲ ਹੈ। ਸੋ ਇੱਕ ਤੇ ਇਹ ਵਾਲਾ ਮੈਟਰ ਹੋ ਗਿਆ। ਹੁਣ ਉਹਦੇ ਨਾਲ ਨਾਲ ਇੱਕ ਤੁਹਾਨੂੰ ਹੋਰ ਇੱਕ ਇਨਫੋਰਮੇਸ਼ਨ ਤੁਹਾਡੇ ਨਾਲ ਆਪਣੇ ਸ਼ੇਅਰ ਕਰੀਏ ਕਿ ਕੈਨੇਡੀਅਨ ਇਮੀਗ੍ਰੇਸ਼ਨ ਜਿਹੜੇ ਬੱਚੇ ਜਾ ਕੇ ਕਾਲਜਸ ਬਦਲ ਲੈਂਦੇ ਸੀ ਉੱਥੇ ਇਮੀਡੀਏਟਲੀ ਬਿਨਾਂ ਇਨਫੋਰਮ ਕੀਤੇ ਪ੍ਰੋਪਰਲੀ, ਉਹਨਾਂ ਤੇ ਹੁਣ ਸਖਤੀ ਕਰਨ ਜਾ ਰਹੀ ਹੈ। ਆਲਰੇਡੀ ਤੁਸੀਂ ਜਿਹੜਾ ਅਪਡੇਟ ਹੈ ਉਹ ICCRC ਦੀ ਵੈਬਸਾਈਟ ਤੇ ਵੀ ਤੁਸੀਂ ਦੇਖ ਸਕਦੇ ਹੈਗੇ ਹੋ। ਉਹਦੇ ਵਿੱਚ ਉਹ ਚਾਹੁੰਦੇ ਨੇ ਕਿ ਜੇ ਕੋਈ ਬੱਚਾ ਕਾਲਜ ਤੋਂ ਸ਼ਿਫਟ ਹੋ ਰਿਹਾ ਕਿਸੇ ਹੋਰ ਕਾਲਜ ਦੇ ਵਿੱਚ, ਠੀਕ ਹੈ, ਇਹ ਕਾਲਜ ਨੂੰ ਛੱਡ ਕੇ ਕਿਸੇ ਹੋਰ ਕਾਲਜ ਦੇ ਵਿੱਚ ਜਾ ਰਿਹਾ ਤੇ ਉਹਨੂੰ ਇਨਫੋਰਮ ਪ੍ਰੋਪਰਲੀ ਕਰਨਾ ਪਏਗਾ। ਜੇ ਉਹਦਾ ਜਿਹੜਾ ਕਾਲਜ ਹੈ ਜਾਂ DLI ਨੰਬਰ ਹੈ ਜਾਂ ਉਹਦਾ ਚੀਜ਼ਾਂ ਮਿਸਮੈਚ ਕਰਦੀਆਂ ਪਈਆਂ ਨੇ ਤੇ ਉਹ ਇਨਫੋਰਮ ਨਹੀਂ ਕਰਦਾ ਤੇ ਉਹਨੂੰ ਕਾਲਜ ਉਹਦੀ ਰਿਪੋਰਟ ਕਰ ਦਿੰਦਾ ਤੇ ਬੱਚੇ ਨੂੰ ਦੁਬਾਰਾ ਨਵੀਂ ਐਪਲੀਕੇਸ਼ਨ ਅਪਲਾਈ ਕਰਨੀ ਪਏਗੀ। ਸੋ ਦੋਸਤੋ, ਇਹਦੇ ਨਾਲ ਮੈਂ ਤੁਹਾਨੂੰ ਇਹ ਮੈਸੇਜ ਦੇਣਾ ਚਾਹੁੰਦਾ ਕਿ ਜਿਹੜਾ ਵੀ ਕਾਲਜ ਤੁਸੀਂ ਸਿਲੈਕਟ ਕਰਨਾ ਹੈ, you should be very careful and you should know what course you are selecting and which college you are going। ਆਪਾਂ ਇਹ ਨਾ ਮੰਨ ਕੇ ਚੱਲੀਏ ਵੀ ਕੋਈ ਗੱਲ ਨਹੀਂ ਜੀ ਵੀਜ਼ਾ ਲੈ ਲਈਏ ਤੇ ਉੱਥੇ ਜਾ ਕੇ ਕਾਲਜ ਬਦਲਾਂਗੇ। ਵੈਸੇ ਵੀ ਕੋਵਿਡ ਦੀ ਸਿਚੁਏਸ਼ਨ ਦੇ ਵਿੱਚ ਥਿੰਗਸ ਆਰ ਨਾਟ ਦੈਟ ਈਜ਼ੀ ਕਿ ਤੁਸੀਂ ਉੱਥੇ ਜਾ ਕੇ ਰਿਫੰਡ ਲੈ ਲਓ ਤੇ ਕਿਸੇ ਹੋਰ ਕਾਲਜ ਦੇ ਵਿੱਚ ਸ਼ਿਫਟ ਹੋ ਜਾਓ। ਉਹ ਚੀਜ਼ਾਂ ਜਿਹੜਾ ਇਮੀਗ੍ਰੇਸ਼ਨ ਦੀ ਨਜ਼ਰ ਦੇ ਵਿੱਚ ਹੈ ਉਹ ਵੀ ਨਹੀਂ ਚਾਹੁੰਦੇ ਕਿ ਹੌਪਿੰਗ ਹੋਵੇ, ਇੱਕ ਕਾਲਜ ਛੱਡੇ ਫਿਰ ਦੂਸਰੇ ਵਿੱਚ ਜਾਵੇ, ਫਿਰ ਦੂਸਰਾ ਛੱਡੇ ਫਿਰ ਤੀਸਰੇ ਵਿੱਚ ਜਾਵੇ। ਸੋ ਇਸ ਚੀਜ਼ ਨੂੰ ਉਹ ਕਿਤੇ ਨਾ ਕਿਤੇ ਠੀਕ ਹੈ ਨੈਗੇਟਿਵ ਲੈ ਕੇ ਚੱਲਦੇ ਪਏ ਨੇ ਕਿ ਇਹ ਗਲਤ ਹੈਗਾ। ਤੇ ਅਗਰ ਤੁਹਾਡੇ ਕੋਲ ਕੋਈ ਸੋਲਿਡ ਰੀਜ਼ਨ ਨਹੀਂ ਹੈਗਾ, ਯੂ ਮਸਟ ਨਾਟ ਚੇਂਜ ਦਾ ਕਾਲਜ। ਤੇ ਇਹ ਤੁਹਾਡੇ ਲਈ ਵਧੀਆ ਤੇ ਕੰਸਲਟੈਂਟ ਲਈ ਵੀ ਵਧੀਆ ਹੈਗਾ। ਉਸ ਤੋਂ ਬਾਅਦ ਮੈਂ ਗੱਲ ਕਰਨਾ ਚਾਹਾਂਗਾ ਤੁਹਾਡੇ ਨਾਲ ਕਿ ਬਹੁਤ ਸਾਰੇ ਇਹੋ ਜਿਹੇ ਬੱਚੇ ਨੇ ਜਿਹੜੇ ਕਿ ਇਨਫੋਰਮ ਨਹੀਂ ਕਰਦੇ। ਮੈਂ ਇੱਥੇ ਤੁਹਾਨੂੰ ਸੀਰੀਅਸਲੀ ਦੱਸਣਾ ਚਾਹੁੰਦਾ ਕਿ ਉਹਨਾਂ ਦੇ ਲਈ ਬਹੁਤ ਵੱਡੀ ਪ੍ਰੋਬਲਮ ਆਉਣ ਵਾਲੀ ਹੈ। ਵੀਜ਼ਾ ਕੈਂਸਲ ਹੋ ਜਾਣਾ ਹੈ ਤੇ ਡਿਪੋਰਟੇਸ਼ਨ ਦੇ ਆਰਡਰ ਨਿਕਲ ਜਾਣੇ ਹੈ। ਵੀਜ਼ਾ ਕੈਂਸਲ ਹੋ ਗਿਆ ਤੇ ਸਾਰੇ ਪੈਰਾਮੀਟਰਸ ਤੁਹਾਨੂੰ ਦੁਬਾਰਾ ਫੁੱਲਫਿਲ ਕਰਨੇ ਪੈਂਦੇ। ਨਿਊ ਐਪਲੀਕੇਸ਼ਨ ਦਾ ਮਤਲਬ ਸਾਰਾ ਕੁਝ ਨਵਾਂ, ਸਾਰੇ ਪ੍ਰੂਫ ਨਵੇਂ ਜੋ ਤੁਸੀਂ ਸਬਮਿਟ ਕਰਨਾ ਹੈ। ਉਸ ਟਾਈਮ ਦੇ ਵਿੱਚ ਸਾਰੀਆਂ ਫੀਸਾਂ ਵੀ ਦੇਣੀਆਂ ਪੈਣੀਆਂ, ਲਾਇਰਸ ਦੀਆਂ ਵੀ ਫੀਸਾਂ ਤੁਸੀਂ ਪੇ ਕਰੋਗੇ ਤੇ ਇਹ ਇੱਕ ਤੁਹਾਡੇ ਲਈ ਚੰਗੀ ਗੱਲ ਨਹੀਂ। ਸੋ ਅਗਰ ਤੁਸੀਂ ਕਾਲਜ ਸ਼ਿਫਟ ਕਰਨਾ ਹੈ, ਯੂ ਸ਼ੁੱਡ ਬੀ ਵੈਰੀ ਮਚ ਅਵੇਅਰ ਕਿ ਇਮੀਗ੍ਰੇਸ਼ਨ ਨੂੰ ਇਨਫੋਰਮ ਕੀਤੇ ਬਿਨਾ ਨਹੀਂ ਕਰਨਾ। ਅਗਰ ਤੁਹਾਡੇ ਕਾਲਜ ਨੂੰ ਲੈ ਕੇ ਅਗਰ ਤੁਸੀਂ ਨੌਨ DLI 'ਚ ਲੈ ਲੈਂਦੇ ਹੋ, ਕੋਈ ਹੋਰ ਇਹੋ ਜਿਹੀ ਜੇ ਤੁਸੀਂ ਸਟੱਡੀ ਛੱਡ ਦਿੰਦੇ ਹੋ ਤੇ ਉਸ ਟਾਈਮ ਦੇ ਵਿੱਚ ਤੁਹਾਡੀ ਯੂਨੀਵਰਸਿਟੀ ਕਾਲਜ ਇਮੀਗ੍ਰੇਸ਼ਨ ਨੂੰ ਇਨਫੋਰਮ ਕਰ ਦਿੰਦਾ, ਦੈਨ ਯੂ ਵਿਲ ਸਰਟਨਲੀ ਲੈਂਡ ਇਨ ਟਰਬਲ। ਸੋ ਇਹ ਗੱਲਾਂ ਸੀਗੀਆਂ ਜੀ ਅੱਜ ਦੀਆਂ।
मैं थैंक्स करना चाहना ਜਿਹੜੇ ਕਿ ਇਸ ਟਾਈਮ viewers, those who have joined us. I am just scrolling down and I want to thank Man Pokheri, Sunny and Sandeep Tandon, Ishfaq Zargar. Thank you all for watching me, and Madam Alka Syal is also watching. Thanks ji. ठीक है. Mohammad Zamil Bashir is also watching. Thank you Bashir साहब. शुक्रिया ਤੁਹਾਡਾ बहुत बहुत. कि मोहम्मद जी कह रहे हैं कि यू नो कॉन्टैक्ट मी ऑन व्हाट्सएप ब्रदर. ठीक है जी. साडी टीम अपने मोहम्मद जी यू दे विल कॉन्टैक्ट यू अप. ਅਸੀਂ ਮੈਂ ਤੁਹਾਡਾ ਨੰਬਰ ਨੋਟ ਕਰ ਲਿਆ ਹੈਗਾ. ਲਾਡੀ ਕੋਚਰ ਜੀ ਵਾਚ ਕਰ ਰਹੇ ਨੇ. ਸ਼ੁਕਰੀਆ ਲਾਡੀ ਜੀ. ਅਸ਼ੋਕ ਕੁਮਾਰ ਇਜ਼ ਆਲਸੋ ਵਾਚਿੰਗ. ਕਿਸੇ ਦਾ ਕੋਈ ਕੁਐਸਚਨ ਹੈਗਾ ਤੇ ਤੁਸੀਂ ਮੈਨੂੰ ਪੁੱਛ ਸਕਦੇ ਹੈਗੇ ਹੋ. ਅਜੇ ਮਿੱਤਲ ਇਜ਼ ਆਲਸੋ watching. Abhishek is also watching. Thank you all. And Gopi Teja ji shukriya ji ਤੁਹਾਡਾ. Sunita Sobti ji and Abhishek Arshi Kapoor, Khalik Aran, thanks ਸਾਰਿਆਂ ਦਾ ਤੁਹਾਡਾ. Abhishek ji ਨੇ ਪੁੱਛਿਆ is there any college which accepts the backlogs more than 20 in Montreal? 20 backlog is too much, Abhishek Singh ji, but apart from that we have to see what is your percentage, how much you have scored in your IELTS and what is your gap. ਤੇ ਠੀਕ ਹੈ. ਤੁਸੀਂ ਜੋ ਸਾਡਾ ਹੈਲਪਲਾਈਨ ਨੰਬਰ ਹੈਗਾ 8566028008 ਤੇ ਤੁਸੀਂ ਆਪਣਾ ਡਾਕੂਮੈਂਟ ਸੈਂਡ ਕਰ ਸਕਦੇ ਹੋ, ਆਪਣਾ ਪ੍ਰੋਫਾਈਲ ਭੇਜ ਸਕਦੇ ਹੋ. ਵੀ ਵਿਲ ਸਰਟਨਲੀ ਲੁੱਕ ਕਿ ਤੁਹਾਨੂੰ ਅਸੀਂ ਬੈਸਟ ਆਪਸ਼ਨ ਕੀ ਦੇ ਸਕੀਏ. ਸਤਿੰਦਰ ਘਾਲਿਆਨ ਇਜ਼ ਆਲਸੋ ਵਾਚਿੰਗ. ਥੈਂਕ ਯੂ ਜੀ. ਥੈਂਕਸ. ਬ੍ਰਿੰਗ them on camera. Okay. Inder Kaur is also watching. Thank you madam. Amarjeet Modi ji, don't apply in Quebec province. ਅਮਰਜੀਤ ਜੀ ਮੇ ਵੀ ਤੁਹਾਡਾ ਜਿਹੜਾ ਓਪੀਨੀਅਨ ਹੈ ਥੋੜਾ ਡਿਫਰੈਂਟ ਹੋਏਗਾ, ਪਰ ਲੋਕਾਂ ਦੇ ਜੋ ਵੀਜ਼ੇ ਸਟਕ ਹੋਏ ਨੇ ਉਹ ਪਰਟੀਕੂਲਰ ਉਹ ਕਾਲਜਸ ਦੇ ਵਿੱਚ ਸਟਕ ਹੋਏ ਨੇ. ਪਰ ਬਲੀਵ ਮੀ ਉਹੀ ਕਾਲਜਸ ਦੇ ਸਾਡੇ ਕੋਲ ਵੀਜ਼ੇ ਆਪਣੇ ਸਾਨੂੰ ਰਿਸੀਵ ਵੀ ਹੋਏ ਨੇ. ਮੈਂ ਲਾਈਕ ਇੱਥੇ ਆਨਲਾਈਨ ਬੈਠਾ ਹੋਇਆ, ਸੋ ਕੋਈ ਲਾਈਕ ਇਹ ਨਹੀਂ ਕਹਿ ਰਹੇ ਕਿ ਯੂ ਨੋ ਸਾਰੇ ਦੇ ਸਾਰੇ ਵੀਜ਼ੇ ਗ੍ਰਾਂਟ ਹੋ ਗਏ ਨੇ. ਯੈਸ, ਵੀਜ਼ੇ ਸਟਕ ਵੀ ਨੇ ਤੇ ਵੀਜ਼ੇ ਗ੍ਰਾਂਟ ਵੀ ਹੋ ਰਹੇ. ਇਹ ਥੋੜੀ ਸਿਚੁਏਸ਼ਨ ਕਲੀਅਰ ਹੋ ਜਾਏਗੀ ਤੇ ਇਹ ਸਾਰੇ ਵੀਜ਼ੇ ਗ੍ਰਾਂਟ ਹੋ ਜਾਣੇ, ਕਿਉਂਕਿ ਜਿਹੜੀ ਕੈਨੇਡੀਅਨ ਗਵਰਨਮੈਂਟ ਹੈ ਉਹਨਾਂ ਨੂੰ ਬੱਚਿਆਂ ਨਾਲ ਕੋਈ ਪ੍ਰੋਬਲਮ ਨਹੀਂ ਹੈਗੀ. ਉਹਨਾਂ ਨੂੰ ਉਹ ਕਾਲਜਸ ਦੇ ਆਡਿਟ ਕਰਨੇ ਸੀ ਜਿੱਥੇ ਬਹੁਤ ਸਾਰੇ ਬੱਚੇ ਆਲਰੇਡੀ ਵੀਜ਼ੇ ਲੈ ਕੇ ਚਲੇ ਗਏ ਸੀ. ਸੋ ਹੋਪਫੁਲੀ ਉਹ ਆਡਿਟ ਹੁਣ ਉਹਨਾਂ ਨੇ ਕਲੀਅਰ ਕਰਾਉਣੇ ਨੇ. ਉਹਨਾਂ ਨੇ ਉਹ ਸਾਰੀਆਂ ਸ਼ਰਤਾਂ ਮੰਨਣੀਆਂ ਨੇ ਕਾਲਜਸ ਨੇ ਇਮੀਗ੍ਰੇਸ਼ਨ ਦੀਆਂ, ਜਿਹੜੀਆਂ ਕਿ ਉਹਨਾਂ ਨੇ ਇੰਪੋਜ਼ ਕਰਨੀਆਂ ਨੇ ਜਾਂ ਆਲਰੇਡੀ ਕਰ ਵੀ ਦਿੱਤੀਆਂ ਹੋਈਆਂ ਨੇ. ਸੋ ਉਹ ਕਾਲਜਸ ਨੂੰ ਅਗਰ ਆਪਾਂ ਛੱਡ ਦਈਏ ਤੇ ਇਹ ਨਹੀਂ ਆਪਾਂ ਕਹਿ ਸਕਦੇ ਕਿ ਕਿਊਬਿਕ ਪ੍ਰੋਵਿੰਸ ਦੇ ਵਿੱਚ ਇਹਨੂੰ ਸਟੱਡੀ ਵੀਜ਼ਾ ਬੰਦ ਹੋ ਗਿਆ. ਸੋ ਮੈਂ ਐਗਰੀ ਕਰਦਾ ਤੁਹਾਡੇ ਨਾਲ ਵੀ, ਪਰ ਤੁਸੀਂ ਮੇਰੇ ਨਾਲ 1-to-1 ਗੱਲ ਕਰ ਸਕੋਗੇ ਤੇ ਹੋ ਸਕਦਾ ਮੈਂ ਤੁਹਾਨੂੰ ਸੈਟਿਸਫਾਈ ਕਰ ਸਕਾਂ. अदनान इंजीनियर अदनान काशिफ, थैंक यू जी अदनान जी, आपका शुक्रिया, मेहरबानी आपकी. और करण तांगरी जी वाच कर रहे हैं. करण जी की हाल है तुहाडा? होपफुली तुसी बहुत वधिया काम करते होंगे तो बहुत दिन हो गए तुहाडे नाल गल भी नहीं हुई. एंड थैंक यू जी सारिਆਂ ਦਾ जिन्हें भी अज इत्थे बैठे हुए हैं लाइव व्यूअर्स ते सारिਆਂ ਦਾ जो सानू हमेशा सपोर्ट करते हैं तो जिन्हां कारण असी अज इत्थे बैठ के लाइव करते हैं. परसोना कंसल्टेंट की हमेशा कोशिश रहेगी कि तुहानू सही जानकारी ही प्रोवाइड करिए. असी कदे भी नहीं चाहते कि साड़ी गलत सलाह के नाल किसी भी बच्चे का कैरियर खराब होवे. बच्चे दी ते बच्चे दे सारे परिवार दी सारिਆਂ ਦੀ ਜ਼ਿੰਦਗੀ ਕਿਤੇ ਨਾ ਕਿਤੇ ਉਸ ਬੱਚੇ ਦੇ ਨਾਲ ਜੁੜੀ ਹੁੰਦੀ ਹੈ. ਸਾਰਿਆਂ ਦੇ ਸੁਪਨੇ ਉਹਨਾਂ ਦੇ ਨਾਲ ਜੁੜੇ ਹੁੰਦੇ ਆ. ਸੋ ਜੇ ਕਿਸੇ ਨੂੰ ਕੋਈ ਹੋਰ ਇਨਫੋਰਮੇਸ਼ਨ ਵੀ ਚਾਹੀਦੀ ਹੋਵੇ ਅਪਾਇੰਟਮੈਂਟ ਲੈ ਕੇ ਮੈਨੂੰ ਮਿਲ ਸਕਦੇ ਹੋ. ਅਪਾਇੰਟਮੈਂਟ ਤੇ ਤੁਸੀਂ ਮੇਰੇ ਨਾਲ ਕੋਈ ਵੀ ਕੇਸ ਡਿਸਕਸ ਕਰ ਸਕਦੇ ਹੋ. ਪਰਸੋਨਾ ਕੰਸਲਟੈਂਟਸ
ਠੀਕ ਹੈ ਸਟੱਡੀ ਵੀਜ਼ਾ ਦੇ ਨਾਲ ਕੈਨੇਡਾ ਦੀ PR ਵੀ ਬਹੁਤ ਅੱਛੇ ਤਰੀਕੇ ਦੇ ਨਾਲ ਸਕਸੈਸਫੁਲੀ ਕਰ ਰਿਹਾ ਹੈ। ਪਰਸੋਨਾ ਕੰਸਲਟੈਂਟਸ ਇੱਕ ਆਇਲ ਸੈਂਟਰ ਵੀ ਰਨ ਕਰ ਰਿਹਾ ਕਿ ਜੋ ਕਿ ਬਹੁਤ ਸਾਲਾਂ ਤੋਂ ਅਸੀਂ ਇਸ ਬਿਜ਼ਨਸ ਦੇ ਵਿੱਚ ਹੈਗੇ ਹਾਂ। ਪਿਛਲੇ ਆਲਮੋਸਟ 17 ਸਾਲ ਤੋਂ ਮੈਂ ਇਸ ਫੀਲਡ ਦੇ ਵਿੱਚ ਹਾਂ। ਸੋ ਇੰਨੇ ਸਾਲਾਂ ਦੇ ਵਿੱਚ ਅਸੀਂ ਹੋ ਸਕਦਾ ਕਿ ਪੈਸੇ ਬਹੁਤ ਜ਼ਿਆਦਾ ਨਹੀਂ ਕਮਾਏ, ਪਰ ਇੱਜ਼ਤ ਕਮਾਈ ਹੈ ਤੁਹਾਡੇ ਸਾਰਿਆਂ ਦੇ ਸਦਕੇ। ਥੈਂਕ ਯੂ ਵੈਰੀ ਮਚ। ਸਤਿ ਸ਼੍ਰੀ ਅਕਾਲ। ਜਲਦੀ ਮਿਲਦੇ ਹਾਂ ਫਿਰ। ਬਾਏ।